ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਕਿਰਪਾਲੂ ਦਿਆਲੂ ਖੰਡਾ ਬ੍ਰਹਮੰਡਾਂ ਦੇ ਮਾਲਕ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰਨ, ਗਰੀਬ ਨਵਾਜ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ, 10 ਪਾਤਸ਼ਾਹੀਆਂ ਦੇ ਸਾਖਸ਼ਾਤ ਸਵਰੂਪ ਅਕਾਲ ਪੁਰਖ ਜੋਤ, ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਕਾਲ ਪੁਰਖ ਪਾਤਸ਼ਾਹ ਦੀ ਪਾਵਨ ਨਿੱਘੀ ਗੋਦ ਅੰਦਰ, ਬਾਜਾਂ ਵਾਲੇ ਸਤਿਗੁਰੂ ਚੋਜੀ ਪ੍ਰੀਤਮ, ਸਰਬੰਸ ਦਾਨੀ ਮਰਦ ਅਗੰਮੜਾ, ਸੂਰਬੀਰ ਆਪੇ ਗੁਰਚੇਲਾ, ਧੰਨ ਬਾਦਸ਼ਾਹ ਦਰਵੇਸ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹਨਾਂ ਮਹਾਨ ਪਾਵਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ, ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਂ ਤੇ ਮਾਲਕ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਦੀਆਂ ਅਸੀਸਾਂ ਦੇ ਸਦਕਾ ਇਹ ਜੋ ਸੁਭਾਗੀ ਸੁਲੱਖਣੀ ਘੜੀ ਪ੍ਰਾਪਤ ਹੋਈ ਹੈ, ਤੁਰਕੀ ਬਾਣੀ ਦੇ ਇਲਾਹੀ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਤੁਰਕੀ ਬਾਣੀ ਦੀ ਪਾਵਨ ਵਿਚਾਰ ਜੋ ਹਜੂਰ ਪਾਤਸ਼ਾਹ ਨੇ ਤਰਸ ਕੀਤਾ ਹੈ। ਕੱਤਕ ਦੇ ਮਹੀਨੇ ਦੀ ਸੰਗਰਾਂਦ ਪਿਛਲੇ ਮਹੀਨੇ ਪ੍ਰਾਰੰਭ ਹੋਇਆ ਤੇ ਗੁਰੂ ਕਿਰਪਾ ਦੇ ਸਦਕਾ ਇੱਕ ਇੱਕ ਦਿਨ ਗੁਰੂ ਦੀਆਂ ਰਹਿਮਤਾਂ ਵਿੱਚ ਬਤੀਤ ਹੋਇਆ, ਕਿਉਂਕਿ ਇਹ ਕਲੀ ਕਾਲ, ਇਹ ਕਲਯੁਗ ਦਾ ਭਿਆਨਕ ਸਮਾਂ ਹੈ। ਇੱਥੇ ਇੱਕ ਛਿਣ ਦਾ ਭਰੋਸਾ ਨਹੀਂ ਹੁੰਦਾ, ਇੱਕ ਖਿਣ ਦਾ, ਇਸ ਸਾਹ ਦਾ ਭਰੋਸਾ ਨਹੀਂ। ਪਰ ਮਾਲਕ ਨੇ ਪੂਰਾ ਇੱਕ ਮਹੀਨਾ ਸਾਡੇ ਤੁਹਾਡੇ ਜੀਵਨ ਨੂੰ ਸਾਬਤ ਰੱਖਿਆ। ਇਹ ਸਾਹਾਂ ਦੀ ਡੋਰ ਚੱਲਦੀ ਰਹੀ, ਸੋ ਕੱਤਕ ਦੇ ਮਹੀਨੇ ਦੀ ਸੰਪੂਰਨਤਾ ਹੋ ਗਈ। ਗੁਰੂ ਘਰ ਦੇ ਵਿੱਚ ਹਰ ਸਿੱਖ ਜਿਹੜਾ ਹੈ ਇਸ ਮਹੀਨੇ ਦੀ ਹੋਈ ਸੰਪੂਰਨਤਾ ਤੇ ਸ਼ੁਕਰਾਨਾ ਕਰਦਾ ਹੈ। ਤੇ ਅਗਲਾ ਜੋ ਮਹੀਨਾ ਪ੍ਰਾਰੰਭ ਹੁੰਦਾ ਹੈ, ਅੱਜ ਮੱਘਰ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਤੇ ਸਾਰੇ ਮਾਲਕ ਅੱਗੇ ਇਹ ਅਰਦਾਸ ਕਰਨ ਵਾਸਤੇ ਜੁੜ ਬੈਠਦੇ ਹਾਂ ਕਿ ਇਹ ਸਤਿਗੁਰੂ ਤੇਰੇ ਰਹਿਮਤ ਸਦਕਾ ਇੱਕ ਇੱਕ ਦਿਨ ਪਿਛਲੇ ਮਹੀਨੇ ਦਾ ਸੰਪੂਰਨ ਹੋਇਆ, ਰਹਿਮਤਾਂ ਵਿੱਚ ਲੰਘਿਆ, ਤੇ ਉਹਦਾ ਸ਼ੁਕਰਾਨਾ ਹੈ। ਤੇ ਅਗਲਾ ਜਿਹੜਾ ਪ੍ਰਾਰੰਭ ਹੋ ਰਿਹਾ ਇਹਦੇ ਵਾਸਤੇ ਤੇਰੇ ਚਰਨਾਂ ਵਿੱਚ ਅਰਦਾਸ ਹੈ। ਸੋ ਹਜੂਰ ਪਾਤਸ਼ਾਹ ਇਸ ਪਾਵਨ ਮਹੀਨੇ ਦੀ ਪ੍ਰਾਰੰਭਤਾ ਤੇ ਜੋ ਉਪਦੇਸ਼ ਬਖਸ਼ਦੇ ਹਨ, ਲੜੀਵਾਰ ਗਰੀਬ ਨਵਾਜ ਪਾਤਸ਼ਾਹ ਦੀ ਅਸੀਸ ਪ੍ਰਾਪਤ ਕਰਦੇ ਹਾਂ। ਆਓ ਅਰਦਾਸ ਕਰੋ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਸਾਨੂੰ ਕਲਯੁਗੀ ਜੀਵਾਂ ਨੂੰ ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰਿਓ, ਸੋਝੀ ਸਮਰੱਥਾ ਬਖਸ਼ਿਸ਼ ਕਰਿਓ। ਆਓ ਜਿੱਥੇ ਵੀ ਕੋਈ ਸਰੀਰ ਸਰਵਣ ਕਰ ਰਿਹਾ ਹੈ, ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਤਖਤ ਸਾਹਿਬ ਜੀ ਦੀ ਮਰਿਆਦਾ ਹੈ ਕਿ ਮੁੱਖ ਵਾਕ ਸਾਹਿਬ ਜੀ ਦੀ ਬੜੇ ਸੰਖੇਪ ਅਰਥਾਂ ਅੰਦਰ ਪਹਿਲਾਂ ਵਿਚਾਰ ਹੁੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਉਸ ਪਾਵਨ ਸਿੰਘਾਸਨ ਤੇ ਸੁਭਾਏਮਾਨ ਹੋਏ, ਜਿਸ ਦੇ ਪ੍ਰਥਾਏ ਹਰ ਦਫਾ ਬੇਨਤੀ ਕਰਦੇ ਹਾਂ ਕਿ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਸ ਪਾਵਨ ਧਰਤੀ ਤੇ ਆਗਮਨ ਹੋਇਆ, ਅਵਤਾਰ ਧਾਰਨ ਕੀਤਾ, ਉਸ ਪਾਵਨ ਮੰਜੀ ਸਾਹਿਬ ਜਿਹਨੂੰ ਇਤਿਹਾਸ ਨੇ ਪੰਗੂੜਾ ਸਾਹਿਬ ਸ਼ਬਦ ਕਿਹਾ ਹੈ, ਪਰ ਪੰਗੂੜਾ ਸਾਹਿਬ ਸ਼ਬਦ ਕਈ ਦਫਾ ਆਪਾਂ ਨੂੰ ਸਮਝ ਨਹੀਂ ਆਉਂਦਾ।
ਆਪਾਂ ਨੂੰ ਇੰਜ ਲੱਗਦਾ ਕਿ ਜਿਵੇਂ ਅੱਜ ਵੀ ਆਪਾਂ ਘਰਾਂ ਵਿੱਚ ਪੰਗੂੜੇ ਰੱਖੇ ਹੁੰਦੇ ਨੇ ਬੱਚਿਆਂ ਦੀ, ਉਸ ਤਰ੍ਹਾਂ ਦਾ ਪੰਗੂੜਾ ਹੋਏਗਾ। ਇਸ ਲਈ ਥੋੜ੍ਹਾ ਜਿਹਾ ਮੰਜੀ ਸਾਹਿਬ ਸ਼ਬਦ ਮੈਂ ਵਰਤ ਦਿੰਦਾ ਹਾਂ। ਜਿਵੇਂ ਮੰਜੀ ਸਾਹਿਬ ਜਿਸ ਦੇ ਉੱਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹਨੂੰ ਇਤਿਹਾਸ ਨੇ ਪੰਗੂੜਾ ਸਾਹਿਬ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਬਾਲਪਨ ਅਵਸਥਾ ਦਰਮਿਆਨ ਜਿਸ ਪੰਗੂੜਾ ਸਾਹਿਬ, ਜਿਸ ਮੰਜੀ ਸਾਹਿਬ ਦੇ ਉੱਤੇ ਚੌਂਕੜਾ ਮਾਰਦੇ ਸਨ, ਸਾਡੇ ਵਰਗੀਆਂ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਦੇ ਸਨ। ਹਜੂਰ ਪਾਤਸ਼ਾਹ ਜੀ ਦਾ ਉਹੀ ਪਾਵਨ ਪੰਗੂੜਾ ਸਾਹਿਬ ਅੱਜ ਸਾਹਮਣੇ ਸੁਭਾਇਮਾਨ ਹੈ, ਜਿਸ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਦੀਦਾਰ ਬਖਸ਼ਦੇ ਹਨ। ਜਿਸ ਪੰਗੂੜਾ ਸਾਹਿਬ ਮੰਜੀ ਸਾਹਿਬ ਦੇ ਦਰਸ਼ਨ ਵੀ ਕਥਾ ਸਮਾਪਤੀ ਉਪਰੰਤ ਸਭਨਾਂ ਨੂੰ ਕਰਵਾਏ ਜਾਂਦੇ ਹਨ। ਹਜੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਚੌਂਕੜਾ ਮਾਰਿਆ ਤੇ ਪਾਵਨ ਉਪਦੇਸ਼ ਬਖਸ਼ਿਸ਼ ਕਰਦਿਆਂ, ਅਸੀਸਾਂ ਬਖਸ਼ਿਸ਼ ਕਰਦਿਆਂ ਹਜੂਰ ਪਾਤਸ਼ਾਹ ਨੇ ਫਰਮਾਨ ਕੀਤਾ, ਸ਼ਲੋਕ ਮਹੱਲਾ ਤੀਜਾ। ਸੋਰਠ ਰਾਗ ਦੀ ਇਹ ਪਾਵਨ ਵਾਰ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ, ਏ ਮਾਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੈ ਸਦ ਬਲਿਹਾਰਨੈ ਜਿਤ ਸੇਵਿਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸ਼ਬਦ ਜਲਾਏ। ਹਜੂਰ ਇਸ ਪਾਵਨ ਸ਼ਬਦ ਦੀ ਪ੍ਰਾਰੰਭਤਾ 'ਚ ਇੱਕ ਆਸੀਸ ਦੇ ਕਰਕੇ, ਹਲੂਣਾ ਦੇ ਕੇ ਕਹਿੰਦੇ, ਇਹ ਮਨ ਹਰ ਜੀ ਧਿਆਏ ਤੂੰ, ਐ ਮੇਰਿਆ ਮਨਾ ਤੂੰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ। ਮਹਾਰਾਜ ਧਿਆਉਂਦੇ ਤੇ ਅਸੀਂ ਰੋਜ਼ ਹੀ ਹਾਂ, ਇਸ ਵਕਤ ਵੀ ਤਾਂ ਅਸੀਂ ਬੈਠੇ ਉਹਨੂੰ ਹੀ ਧਿਆ ਰਹੇ ਹਾਂ। ਸਭ ਕਹਿੰਦੇ ਨਹੀਂ, ਇਹ ਕੇਵਲ ਸਰੀਰ ਨਾਲ ਜੁੜੀ ਹੋਈ ਸਾਂਝ ਹੈ। ਆ ਤੈਨੂੰ ਧਿਆਉਣ ਦਾ ਤਰੀਕਾ ਦੱਸਦਾ। ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਇੱਕ ਚਿੱਤ ਹੋ ਕਰਕੇ ਉਸ ਅਕਾਲ ਪੁਰਖ ਨੂੰ ਧਿਆ, ਤੂੰ ਉਹਨੂੰ ਪਾ ਜਾਏਗਾ। ਜਿੱਥੇ ਭਾਏ ਇਹ ਵੀ ਉਹ ਤੈਨੂੰ ਭਾਏ, ਤੈਨੂੰ ਪਿਆਰਾ ਲੱਗੇ। ਇਸ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਕਰਕੇ ਉਹਦੇ ਨਾਲ ਜੁੜ। ਜਿਹਨੂੰ ਬਾਜਾਂ ਵਾਲੇ ਸਾਹਿਬ ਕਹਿੰਦੇ ਨੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਭਾਵ ਉਹ ਛਿਨ ਮਾਤਰ, ਉਹ ਨਿਮਖ ਮਾਤਰ ਦੀ ਘੜੀ ਜਿਹੜੀ ਹੈ। ਤਾਂ ਹਜੂਰ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਧਿਆ। ਮਹਾਰਾਜ ਜੇ ਧਿਆ ਲਵਾਂਗੇ, ਜੇ ਕਦੀ ਸਾਡੇ ਜੀਵਨ 'ਚ ਸੁਲੱਖਣੀ ਘੜੀ ਆ ਜਾਵੇ, ਵੈਸੇ ਤੇ ਸਾਨੂੰ ਜਿਸ ਤਰ੍ਹਾਂ ਦੇ ਸਾਡੇ ਜੀਵਨ ਹੋ ਚੁੱਕੇ ਨੇ, ਜਿਸ ਤਰ੍ਹਾਂ ਦੇ ਭੈੜੇ ਮਨ ਹੋ ਚੁੱਕੇ ਨੇ, ਜਿਸ ਤਰ੍ਹਾਂ ਅਸੀਂ ਵਾਸ਼ਨਾ ਵਿਕਾਰਾਂ ਵਿੱਚ ਗ੍ਰਸੇ, ਉਮੀਦ ਕੋਈ ਨਹੀਂ ਕਿ ਸਾਡੇ ਜੀਵਨ 'ਚ ਘੜੀ ਆ ਜਾਏਗੀ। ਪਰ ਮਹਾਰਾਜ ਜੇ ਤੁਹਾਡਾ ਤਰਸ ਹੋ ਗਿਆ, ਕਦੀ ਇਹ ਘੜੀ ਸਾਨੂੰ ਮਿਲ ਗਈ ਇੱਕ ਮਨ ਇੱਕ ਚਿੱਤ ਭਾਏ ਵਾਲੀ, ਤਾਂ ਮਹਾਰਾਜ ਫਿਰ ਇਹਦਾ ਫਲ ਸਰੂਪ ਕੀ ਪ੍ਰਾਪਤ ਹੋਏਗਾ। ਤਾਂ ਹਜੂਰ ਕਿਰਪਾ ਕਰਦੇ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਸ ਹਰੀ ਪਰਮੇਸ਼ਰ ਦੀਆਂ ਸਦਾ ਵਡਿਆਈਆਂ ਵਰਤਦੀਆਂ ਨੇ। ਆ ਹੁਣ ਵੀ ਜੇ ਕੋਈ ਕਹਿ ਦੇ ਮੈਨੂੰ ਤਾਂ ਉਹਨੇ ਦਿੱਤਾ ਕੁਛ ਨਹੀਂ, ਬੜਾ ਕੁਛ ਉਹਨੇ ਸੰਸਾਰ ਤੇ ਸਾਨੂੰ ਦਿੱਤਾ ਹੋਇਆ। ਕਮਾਲ ਦੀ ਗੱਲ ਇਹ ਹੈ, ਆਪਾਂ ਕਿਸੇ ਮਨੁੱਖ ਨੂੰ ਕੁਛ ਦੇ ਦਈਏ, ਉਹਦੀ ਦੁਰਵਰਤੋਂ ਕਰ ਲਵੇ। ਫਰਜ਼ ਕਰੋ ਆਪਾਂ ਧਨ ਹੀ ਕਿਸੇ ਨੂੰ ਦੇ ਦਈਏ, ਕਿਸੇ ਭਿਖਾਰੀ ਨੂੰ, ਉਹ ਸਾਡੇ ਸਾਹਮਣੇ ਉਹਦੀ ਦੁਰਵਰਤੋਂ ਕਰੇ ਤੇ ਆਪਾਂ ਬੜਾ ਪਛਤਾਵਾ ਕਰਦੇ ਹਾਂ ਕਿ ਮੈਂ ਇਹਨੂੰ ਕਿਉਂ ਦੇ ਦਿੱਤਾ। ਕਈ ਵਾਰ ਇੰਜ ਵੀ ਹੋ ਜਾਂਦਾ ਹੈ, ਅਸੀਂ ਦੇਖਾ ਦੇਖੀ ਦਾਨ ਵੀ ਕਰ ਬੈਂਦੇ ਹਾਂ ਕਿ ਨਾਲ ਦੇ ਨੇ ਇੰਨੀ ਮਾਇਆ ਦਿੱਤੀ, ਚੱਲ ਮੈਂ ਵੀ ਦੇ ਦੇਣਾ। ਪਰ ਉਸ ਤੋਂ ਬਾਅਦ ਮਨ ਦੇ ਵਿੱਚ ਪਛਤਾਵਾ ਆਉਂਦਾ ਹੈ ਕਿ ਮੇਰੇ ਕੋਲ ਹੈ ਤਾਂ ਨਹੀਂ ਸੀ, ਪਰ ਮੈਂ ਲੋਕ ਲੱਜਾ ਦੇ ਮਾਰੇ ਨੇ ਇੰਨਾ ਦਾਨ ਦੇ ਦਿੱਤਾ। ਇਸ ਕਰਕੇ ਆਸਾ ਕਿ ਵਾਰਿੰਦਰ ਸਾਹਿਬ ਨੇ ਦਾਨੀਆਂ ਦੀ ਵੀ ਜਦੋਂ ਗੱਲ ਕੀਤੀ, ਉੱਥੇ ਵੀ ਇੱਕ ਐਸੇ ਦਾਨੀ ਦਾ ਜ਼ਿਕਰ ਕੀਤਾ ਜਿਹੜੇ ਦੇਣ ਤੋਂ ਬਾਅਦ ਪਛਤਾਵਾ ਕਰਦੇ ਨੇ। ਪਰ ਖੈਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਰਮੇਸ਼ਰ ਐਸਾ ਹੈ, ਦੇ ਨਾ ਪਛੋਤਾਏ। ਉਹ ਜੋ ਵੀ ਸੰਸਾਰ ਨੂੰ ਦੇ ਰਿਹਾ, ਭਾਵੇਂ ਅਸੀਂ ਉਹਦੇ ਦਿੱਤੇ ਹੋਏ ਗੁਣਾਂ ਦੀ ਦੁਰਵਰਤੋਂ ਹੀ ਕਰਦੇ ਹਾਂ, ਭਾਵੇਂ ਉਹਨੇ ਸਾਨੂੰ ਸਰੀਰ ਦਿੱਤੇ ਨੇ, ਅਸੀਂ ਇਹਨਾਂ ਸਰੀਰਾਂ ਦੀ ਵੀ ਦੁਰਵਰਤੋਂ ਕਰ ਰਹੇ ਹਾਂ। ਉਹਨੇ ਸਾਹ ਦਿੱਤੇ ਬੇਸ਼ਕੀਮਤੀ, ਸਾਹਾਂ ਦੀ ਵੀ ਦੁਰਵਰਤੋਂ ਕਰਦੇ, ਪਰ ਉਹਨੂੰ ਕਦੀ ਇਸ ਗੱਲ ਦਾ ਪਛਤਾਵਾ ਨਹੀਂ ਹੈ। ਆਪਾਂ ਪਛਤਾਵਾ ਕਰਦੇ ਨਾ, ਮੈਂ ਫਲਾਣੇ ਨੂੰ ਚੀਜ਼ ਕਿਉਂ ਦੇ ਬੈਠਾ, ਉਹਨੇ ਤੇ ਚੀਜ਼ ਨੂੰ ਇਸ ਤਰ੍ਹਾਂ ਵਰਤਿਆ ਹੈ, ਉਹਨੇ ਤੇ ਖਰਾਬ ਕਰ ਦਿੱਤੀ, ਉਹਨੂੰ ਤਾਂ ਕਦਰ ਹੀ ਨਹੀਂ ਸੀ। ਪਰ ਪਰਮੇਸ਼ਰ ਕਦੀ ਕੋਈ ਵਡਿਆਈਆਂ, ਕੋਈ ਸਨਮਾਨ ਜਾਂ ਜੋ ਵੀ ਸਾਡੇ ਜੀਵਨ 'ਚ ਉਹਨੇ ਦਿੱਤਾ ਹੈ, ਹਜੂਰ ਕਹਿੰਦੇ ਉਹ ਦੇ ਕਰਕੇ ਪਛਤਾਉਂਦਾ ਨਹੀਂ ਹੈ। ਹਉ ਹਰ ਕੈ ਸਦ ਬਲਿਹਾਰਨੈ ਜਿਤ ਸੇਵਿਐ ਸੁਖ ਪਾਏ। ਮੈਂ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਸਦਾ ਬਲਿਹਾਰ ਕੁਰਬਾਨ ਹਾਂ, ਜਿਸ ਦੀ ਸੇਵਾ ਕਰਨ ਨਾਲ, ਫਿਰ ਸੇਵਿਆ ਜਿਸ ਦਾ ਸਿਮਰਨ ਕਰਨ ਨਾਲ ਸੁਖ ਪ੍ਰਾਪਤ ਹੁੰਦਾ। ਨਾਨਕ ਗੁਰਮੁਖ ਮਿਲ ਰਹੇ
ਹਉਮੈ ਸ਼ਬਦ ਜਲਾਏ। ਜਿਹੜੇ ਹਉਮੈ ਨੂੰ ਆਪਣੇ ਕਮਾਈ ਦੇ ਦੁਆਰਾ, ਇਹ ਹਉਮੈ ਜਿਹੜੀ ਹੈ ਜਦੋਂ ਸਿੱਖ ਗੁਰ ਸ਼ਬਦ ਦੀ ਕਮਾਈ ਕਰਦਾ, ਸਹਿਜੇ ਸਹਿਜੇ ਹਉਮੈ ਜਿਹੜੀ ਆਪਣੇ ਆਪ ਅੰਦਰੋਂ ਮਿਟਦੀ ਹੈ, ਮਰਦੀ ਹੈ, ਜਲ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਸ਼ਬਦ ਦੀ ਕਮਾਈ ਦੇ ਨਾਲ ਜਿਨ੍ਹਾਂ ਨੇ ਹਉਮੈ ਨੂੰ ਜਲਾ ਸੁੱਟਿਆ ਹੈ, ਨਾਨਕ ਗੁਰਮੁਖ ਮਿਲ ਰਹੇ, ਉਹ ਗੁਰੂ ਦੇ ਅੰਦਰ ਮਿਲ ਗਏ ਹਨ। ਫਿਰ ਸਾਹਿਬ ਕਿਰਪਾ ਕਰਦੇ ਮਹੱਲਾ ਤੀਜਾ, ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਫਿਰ ਅਸੀਸ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਸੰਸਾਰ ਦੇ ਉੱਤੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਦੀ ਸਾਰ ਸੰਭਾਲਣਾ ਜਿਹੜੀ ਹੈ ਉਹ ਸਾਰਿਆਂ ਨੂੰ ਆਪ ਸੰਭਾਲਦਾ। ਜਿਵੇਂ ਬਾਣੀ ਦਾ ਵਚਨ ਪੜ੍ਹਦੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਆਪੇ ਸਾਰਿਆਂ ਦੀ ਸਾਰ ਸੰਭਾਲ ਕਰਕੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਉਹ ਸਾਰਿਆਂ ਦਾ ਮਾਂ ਪਿਓ ਹੈ। ਅਰਦਾਸ ਦੇ ਅੰਦਰ ਵੀ ਆਪਾਂ ਇਹ ਬਚਨ ਪੜ੍ਹਦੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਕਿ ਤੂੰ ਸਾਡੀ ਮਾਂ ਹੈ, ਸਾਡਾ ਪਿਓ ਹੈ, ਅਸੀਂ ਤੇਰੇ ਬੱਚੇ ਹਾਂ। ਪਰ ਹਾਂ, ਇਹ ਕਮਾਲ ਦੀ ਗੱਲ ਹੈ, ਅਸੀਂ ਸਿਰਫ ਇਹ ਸ਼ਬਦ ਜ਼ੁਬਾਨ ਦੇ ਨਾਲ ਰੋਜ਼ ਕਹਿ ਦਿੰਦੇ, ਉਹ ਸਾਡਾ ਪਿਤਾ ਹੈ, ਉਹ ਸਾਡੀ ਮਾਂ ਹੈ। ਪਰ ਸ਼ਾਇਦ ਜਿਹੜਾ ਇੱਕ ਸੰਸਾਰ ਦੇ ਅੰਦਰ ਕਿਤੇ ਨਾ ਕਿਤੇ ਮਾਂ ਪਿਓ ਦੇ ਨਾਲ ਸਾਡਾ ਮੋਹ ਜਾਂ ਸਾਡੀ ਪ੍ਰੀਤ ਜਾਂ ਸਾਡੀ ਮੁਹੱਬਤ ਬਣੀ ਹੁੰਦੀ ਹੈ, ਉਹ ਸ਼ਾਇਦ ਉਸ ਪਰਮੇਸ਼ਰ ਨੂੰ ਮਾਤਾ ਪਿਤਾ ਮੰਨ ਕੇ ਸਾਡੇ ਅੰਦਰ ਉਹ ਅਕੀਦਾ, ਉਹ ਪ੍ਰੇਮ, ਉਹ ਮੋਹ ਦੀਆਂ ਤੰਦਾਂ ਜਿਹੜੀਆਂ ਨੇ ਉਹ ਨਹੀਂ ਬਣ ਪਾਉਂਦੀਆਂ। ਇਹਦੇ ਕਈ ਕਾਰਨ ਹਨ, ਕਿਉਂਕਿ ਮੁੱਖ ਕਾਰਨ ਤੇ ਇਹ ਹੈ ਕਿ ਅਸੀਂ ਸ਼ਾਇਦ ਜਿਵੇਂ ਸੰਸਾਰ ਦੇ ਵਿੱਚ ਮਾਂ ਪਿਓ ਦੇ ਕੋਲ ਰਹਿੰਦੇ ਹਾਂ, ਉਹਨਾਂ ਦੇ ਨਾਲ ਉੱਠਦੇ ਬਹਿੰਦੇ ਹਾਂ, ਜੀਵਨ ਸਾਹਮਣੇ ਬਤੀਤ ਬਸਰ ਕਰਦੇ ਹਾਂ, ਤਾਂ ਸ਼ਾਇਦ ਇੰਨਾ ਮੋਹ ਬਣ ਜਾਂਦਾ। ਗੁਰੂ ਦੇ ਕੋਲ ਅਸੀਂ ਕਦੀ ਮਹੀਨਿਆਂ ਬੱਧੀ, ਕਦੀ ਹਫ਼ਤੇ ਬਾਅਦ, ਕਦੀ ਦਿਨ 'ਚ ਇੱਕ ਅੱਧੀ ਵਾਰ, ਘੜੀ ਅੱਧੀ ਘੜੀ, ਛਿਨ ਅੱਧਾ ਛਿਨ ਆ ਕਰਕੇ ਬਹਿਣਾ ਹੈ। ਤਾਂ ਜਿਸ ਮਨੁੱਖ ਦੇ ਕੋਲ ਬਹੁਤ ਘੱਟ ਬੈਠਾਂਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਦੇ ਨਾਲ ਪ੍ਰੀਤ, ਉਹਦੇ ਨਾਲ ਪ੍ਰੇਮ ਨਹੀਂ ਬਣ ਪਾਉਂਦਾ। ਜਿਸ ਦੇ ਨਾਲ ਲਗਾਤਾਰ ਰਹਾਂਗੇ, ਆਪਣੇ ਆਪ ਇਸ ਕੁਦਰਤ ਦਾ ਇੱਕ ਸੁਭਾਅ ਹੈ ਸਾਡੇ ਜੀਵਨ ਅੰਦਰ, ਜਿਸ ਦੀ ਲੰਬੇਰੀ ਸੰਗਤ ਹੋ ਜਾਏਗੀ, ਕਿਤੇ ਨਾ ਕਿਤੇ ਮਨ ਜਿਹੜਾ ਹੈ ਉਹਦੇ ਪ੍ਰਤੀ ਮੋਹ ਦੀਆਂ ਤੰਦਾਂ ਜਿਹੜੀਆਂ ਉਹ ਖਿਲਾਰ ਦਿੰਦਾ ਹੈ। ਤਾਂ ਹਜ਼ੂਰ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਨੇ ਇਸ ਪਾਵਨ ਮੁੱਖ ਵਾਕ ਦੇ ਅੰਦਰ ਇਹ ਇਸ਼ਾਰਾ ਕਰਕੇ ਸਮਝਾਇਆ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਰ ਨੂੰ, ਐ ਮੇਰਿਆ ਮਨਾ, ਤੂੰ ਦਿਨ ਰਾਤ ਧਿਆਉਣਾ ਕਰ, ਜਦੋਂ ਧਿਆਏਂਗਾ ਤੇ ਉਹ ਪਰਮੇਸ਼ਰ ਤੈਨੂੰ ਬਹੁਤ ਵਡਿਆਈਆਂ ਜਿਹੜੀਆਂ ਹੈ ਉਹ ਬਖਸ਼ੇਗਾ, ਤੇ ਜੋ ਵੀ ਉਹ ਵਡਿਆਈਆਂ ਦਿੰਦਾ ਹੈ ਜਾਂ ਦਵੇਗਾ ਜਾਂ ਦਿੱਤੀਆਂ ਹਨ, ਉਹ ਦੇ ਕਰਕੇ ਕਦੀ ਵੀ ਪਛਤਾਵਾ ਨਹੀਂ ਕਰਦਾ ਹੈ। ਇਹ ਗਰੀਬ ਨਵਾਜ ਪਾਤਸ਼ਾਹ ਜੀ ਦਾ ਅੱਜ ਇਸ਼ਾਰਾ ਮਾਤਰ ਜ਼ਿਕਰ ਕੀਤਾ ਜੋ ਹਜ਼ੂਰ ਪਾਤਸ਼ਾਹ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਸੋ ਆਓ ਹੁਣ ਗਰੀਬ ਨਵਾਜ ਸਾਹਿਬ ਜੀ ਸਮੱਗਰ ਦੀ ਪਾਵਨ ਸੰਗਰਾਂਦ ਦੀ ਪ੍ਰਾਰੰਭਤਾ ਤੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜੋ ਗਰੀਬ ਨਵਾਜ ਸਾਹਿਬ ਜੀ ਸਾਨੂੰ ਜ਼ਿੰਦਗੀ ਵਿੱਚ ਕਮਾਉਣ ਦਾ ਹੁਕਮ ਕਰਦੇ ਹਨ, ਪਿਆਰ ਸਹਿਤ ਸਰਵਣ ਕਰਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਘਰ ਮਾਹੇ ਸੁਹੰਦਿਆਂ ਹਰ ਪਿਰ ਸੰਗ ਬੈਠੜਿਆ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ 12 ਮਾਹ ਦੀ ਪਾਵਨ ਬਾਣੀ ਦੇ ਅੰਦਰ 12 ਮਹੀਨਿਆਂ ਦੇ ਦੁਆਰਾ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਾਵੇਂ ਸਿੱਖ ਨੇ ਹਰ ਰੋਜ਼, ਹਰ ਸਾਹ, ਹਰ ਖਿਣ ਪਰਮੇਸ਼ਰ ਦੇ ਉਪਦੇਸ਼ ਨੂੰ ਸੁਣਨਾ ਤੇ ਕਮਾਉਣਾ ਹੈ, ਪਰ ਸਮੇਂ ਦੇ ਮੁਤਾਬਕ ਜੋ ਸੰਸਾਰ ਦੇ ਅੰਦਰ ਹਰ ਇੱਕ ਧਰਮ ਦਾ ਮਨੁੱਖ ਜਿਹੜਾ ਸੀ, ਉਹ ਆਪਣੇ ਧਰਮ ਦੇ ਪ੍ਰਚਾਰਕਾਂ, ਰਹਿਬਰਾਂ ਦੇ ਕੋਲ, ਆਪਣੇ ਪੈਗੰਬਰਾਂ ਦੇ ਕੋਲ ਜਾਣਾ ਤੇ ਜਾ ਕਰਕੇ ਕਹਿਣਾ, ਜੀ ਮਹੀਨੇ ਦੀ ਆਰੰਭਤਾ ਹੋਈ, ਸਾਨੂੰ ਕੋਈ ਉਪਦੇਸ਼ ਦਿਓ। ਸਿੱਖ ਦੀ ਵੀ ਭਾਵਨਾ ਸੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆ ਕਰਕੇ ਸਾਰੇ ਸਿੱਖਾਂ ਨੇ, ਸੰਗਤਾਂ ਨੇ ਬੇਨਤੀ ਕੀਤੀ ਤੇ ਸਾਹਿਬ ਜੀ ਨੇ ਜਦੋਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ 12 ਮਾਹ, ਤਾਂ ਸਿੱਖਾਂ ਨੇ ਬੜੇ ਪਿਆਰ ਨਾਲ ਕਿਹਾ ਕਿ ਸਤਿਗੁਰੂ ਪਾਤਸ਼ਾਹ, ਸਾਡੀ ਇਹ ਜਿਹੜੀ ਮੱਤ ਹੈ, ਸਾਡੀ ਇਹ ਜਿਹੜੀ ਬੁੱਧੀ ਹੈ, ਇੰਨੀ ਵਿਸ਼ਾਲ ਨਹੀਂ ਹੈ, ਅਸੀਂ ਕਲਯੁਗੀ ਜੀਵ ਹਾਂ, ਇੰਨੀ ਸਮਝ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਿਹੜੀ ਉਹ ਮਹਿੰਗੀ ਹੈ, ਭਾਵ ਕਠਨ ਹੈ, ਸਾਡੀ ਸਮਝ ਤੋਂ ਬਾਹਰ ਹੈ। ਮਹਾਰਾਜ ਐਸਾ ਉਪਦੇਸ਼ ਦਿਓ ਜੋ ਹਰ ਇੱਕ ਸਿੱਖ, ਜਿਹੜਾ ਕੋਈ ਬਹੁਤੇ ਅੱਖਰ ਨਾ ਵੀ ਪੜ੍ਹਿਆ ਹੋਵੇ, ਉਹ ਵੀ ਇਸ ਪਾਵਨ ਉਪਦੇਸ਼ ਨੂੰ, ਸ਼ਬਦ ਨੂੰ ਸਮਝ ਸਕੇ। ਤੇ ਮੈਂ ਕਹਾਂ ਸਿੱਖਾਂ ਤੇਰੇ ਭਾਗ ਬੜੇ ਵੱਡੇ ਨੇ ਕਿ ਗੁਰੂ ਸਾਹਿਬ ਜੀ ਨੇ ਇੰਨੇ ਸਰਲ ਸ਼ਬਦਾਂ ਦੇ ਅੰਦਰ, ਭਾਵ ਇਸ ਤਰ੍ਹਾਂ ਆਮ ਮਨੁੱਖ ਜਿਸ ਭਾਸ਼ਾ ਨੂੰ ਸਮਝ ਸਕੇ, ਉੱਥੇ ਜਾ ਕਰਕੇ ਬਾਣੀ ਉਚਾਰਨ ਕੀਤੀ, ਤਾਂ ਕਿ ਤੈਨੂੰ ਇਸ ਬਾਣੀ ਨੂੰ ਜਾਣਨ ਵਾਸਤੇ, ਸਮਝਣ ਵਾਸਤੇ, ਕਮਾਉਣ ਵਾਸਤੇ ਕਿਸੇ ਦੇ ਅਧੀਨ ਨਾ ਹੋਣਾ ਪਵੇ। ਜਿਸ ਤਰ੍ਹਾਂ ਸੰਸਕ੍ਰਿਤ ਭਾਸ਼ਾ ਹੈ,
ਉਹਨੂੰ ਜੇ ਕਿਸੇ ਨੇ ਪੜ੍ਹਨਾ ਹੈ, ਭਾਵੇਂ ਕੋਈ ਹਿੰਦੂ ਧਰਮ ਦੇ ਅੰਦਰ ਸਾਰੀ ਜ਼ਿੰਦਗੀ ਬਤੀਤ ਕਰੇ, ਪਰ ਜੇ ਉਹਨੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਹੈ ਤਾਂ ਉਹਨੂੰ ਕਿਸੇ ਪੰਡਤ ਦੇ ਅਧੀਨ ਹੋ ਕਰਕੇ ਦੇਵਨਾਗਰੀ ਸੰਸਕ੍ਰਿਤ ਪਹਿਲਾਂ ਪੜ੍ਹਨੀ ਪਏਗੀ, ਚੰਗੀ ਤਰ੍ਹਾਂ ਉਹਦਾ ਉਚਾਰਨ ਸਿੱਖਣਾ ਪਏਗਾ, ਫਿਰ ਜਾ ਕੇ ਕਿਤੇ ਉਹ ਕਿਸੇ ਧਰਮ ਗ੍ਰੰਥ ਨੂੰ, ਕਿਸੇ ਵੇਦ ਪੁਰਾਣ ਸ਼ਾਸਤਰ ਨੂੰ ਪੜ੍ਹ ਸਕੇਗਾ। ਪਰ ਗੁਰੂ ਨਾਨਕ ਨੇ ਕਿੰਨਾ ਸਾਡੇ ਤੇ ਤਰਸ ਕੀਤਾ ਹੈ, ਕਿੰਨੀ ਸਰਲ ਭਾਸ਼ਾ ਦੇ ਅੰਦਰ ਸਾਨੂੰ ਸਮਝਾਇਆ ਤਾਂ ਕਿ ਤੈਨੂੰ ਕਿਸੇ ਦੇ ਅਧੀਨ ਹੋ ਕੇ ਨਾ ਤੁਰਨਾ ਪਵੇ, ਤੈਨੂੰ ਕਿਸੇ ਵਿਚੋਲੇ ਦੀ ਇੰਝ ਲੋੜ ਨਾ ਪਵੇ ਕਿ ਮੈਂ ਗੁਰੂ ਨੂੰ ਕੁਝ ਪੁੱਛਣਾ ਹੈ ਤੇ ਪਹਿਲਾਂ ਮੈਨੂੰ ਕੋਈ ਦੱਸੇ। ਹਾਂ, ਇਹ ਮੈਂ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਐਸਾ ਵੀ ਨਹੀਂ ਕਿ ਤੂੰ ਬਾਣੀ ਨੂੰ ਇਹ ਕਵੇਂ ਕਿ ਨਹੀਂ ਮੈਨੂੰ ਹੁਣ ਕਿਸੇ ਤੋਂ ਬਾਣੀ ਸਿੱਖਣ ਦੀ ਵੀ ਲੋੜ ਨਹੀਂ ਹੈ। ਇਹ ਮੈਂ ਜ਼ਰੂਰ ਕਵਾਂ ਕਿ ਬਾਣੀ ਦੀ ਸੰਥਿਆ ਕਰਨੀ ਬੜੀ ਜ਼ਰੂਰੀ ਹੈ। ਬਿਨਾਂ ਸੰਥਿਆ ਤੋਂ ਨਹੀਂ ਪਤਾ ਚੱਲੇਗਾ। ਬੜੇ ਐਸੇ ਪਾਠ ਹਨ, ਬੜੇ ਐਸੇ ਬਾਣੀ ਦੇ ਸ਼ਬਦ ਹਨ ਜੋ ਜਿੰਨਾ ਚਿਰ ਕੋਈ ਅਧਿਆਪਕ ਕਹਿ ਲਓ ਜਾਂ ਵਿਦਿਆ ਗੁਰੂ ਸਮਝਾਵੇਗਾ ਨਹੀਂ, ਉਹਨਾਂ ਚਿਰ ਸਮਝ ਨਹੀਂ ਆਉਂਦੀ। ਫਿਰ ਅਰਥਾਂ ਦੇ ਅਨਰਥ ਬੜੇ ਹੁੰਦੇ ਹਨ। ਕਿਉਂਕਿ ਜਦੋਂ ਅਸੀਂ ਆਪ ਮੁਹਾਰੇ ਪੜ੍ਹਦੇ ਹਾਂ ਨਾ, ਠੀਕ ਹੈ, ਸਾਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਸ਼ਾਇਦ ਜੇ ਅਸੀਂ ਪੰਜਾਬੀ ਪੜ੍ਹ ਲੈਂਦੇ ਹਾਂ, ਅਖਬਾਰ ਪੜ੍ਹ ਲੈਂਦੇ ਤੇ ਅਸੀਂ ਬਾਣੀ ਵੀ ਪੜ੍ਹ ਲਵਾਂਗੇ, ਕੋਈ ਔਖਾ ਨਹੀਂ ਹੈ। ਪਰ ਜੇ ਕੋਸ਼ਿਸ਼ ਕਰੋ ਕਿਸੇ ਤੋਂ ਥੋੜ੍ਹੇ ਜਿਹੇ ਸੰਥਿਆ ਲੈ ਕਰਕੇ ਪੜ੍ਹੀਏ ਤਾਂ ਬੜੇ ਐਸੇ ਪਾਠ ਆਉਂਦੇ ਹਨ ਜਿਨ੍ਹਾਂ ਦੇ ਫਿਰ ਅਨਰਥ ਨਹੀਂ ਹੁੰਦੇ। ਜਦੋਂ ਅਸੀਂ ਆਪ ਮੁਹਾਰੇ ਪੜ੍ਹਾਂਗੇ ਫਿਰ ਉਹਨਾਂ ਦੇ ਅਨਰਥ ਹੋ ਜਾਂਦੇ ਹਨ। ਸੋ ਖੈਰ, ਹਜ਼ੂਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ 12 ਮਾਹ ਦੀ ਪਾਵਨ ਬਾਣੀ ਉਚਾਰਨ ਕੀਤੀ। ਮੱਘਰ ਦੇ ਮਹੀਨੇ ਅੰਦਰ ਸਾਹਿਬ ਕਿਰਪਾ ਕਰਦੇ ਨੇ, ਜੋ ਗਰੀਬ ਨਵਾਜ ਪਾਤਸ਼ਾਹ ਜੀ ਪਹਿਲਾਂ ਇਸ਼ਾਰਾ ਕਰਦੇ ਨੇ, ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਆਹ, ਕਿ ਮੱਘਰ ਦੇ ਮਹੀਨੇ 'ਚ ਸਾਹਿਬ ਕਹਿੰਦੇ ਉਹ ਜੀਵ ਇਸਤਰੀਆਂ ਬੜੀਆਂ ਸ਼ੋਭਦੀਆਂ ਨੇ ਜਿਹੜੀਆਂ ਆਪਣੇ ਪਤੀ ਕੰਤ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਬੈਠੀਆਂ ਨੇ। ਦੇਖੋ, ਮੈਂ ਜ਼ਿਕਰ ਕਰਾਂ, ਬੰਦਾ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਨਾਲ ਬਹਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਸੰਸਾਰ ਦੇ ਵਿੱਚ ਆਪਣੀ ਜ਼ਿੰਦਗੀ ਦਾ 90-95% ਹਿੱਸਾ ਜਿਹੜਾ ਉਹ ਦੂਜਿਆਂ ਕੋਲ ਬਹਿ ਕੇ ਬਤੀਤ ਕਰਦੇ ਹਾਂ। ਕਿਉਂਕਿ ਇਕੱਲੇ ਰਹਿਣਾ ਤੇ ਸਾਨੂੰ ਬੜਾ ਔਖਾ ਲੱਗਦਾ ਹੈ। ਥੋੜਾ ਸਮਾਂ ਵੀ ਕਿਤੇ ਇਕੱਲਾ ਰਹਿਣਾ ਪਵੇ, ਆਪਾਂ ਕਹਿੰਦੇ ਨਹੀਂ, ਸ਼ਬਦ ਵਰਤਦੇ ਮੈਂ ਬੋਰ ਹੋ ਰਿਹਾ, ਕਿਉਂ, ਮੈਂ ਇਕੱਲਾ ਹਾਂ। ਭਾਵੇਂ ਅਸੀਂ ਸਰੀਰ ਦੇ ਰਿਸ਼ਤੇ ਕਰਕੇ, ਨੇੜੇ ਹੋ ਕਰਕੇ, ਸੰਬੰਧ ਕਰਕੇ ਕਿਸੇ ਕੋਲ ਬੈਠੀਏ, ਜੇ ਐਸਾ ਨਾ ਹੋ ਸਕੇ ਤਾਂ ਅਸੀਂ ਕਿਸੇ ਮਾਧਿਅਮ ਦੇ ਜ਼ਰੀਏ, ਜਿਵੇਂ ਮੋਬਾਈਲ ਦੇ ਜ਼ਰੀਏ ਅਸੀਂ ਕਿਸੇ ਨਾਲ ਗੱਲ ਕਰ ਰਹੇ ਹਾਂ ਤੇ ਉਹ ਵੀ ਇੱਕ ਕੋਲ ਬੈਠਣਾ ਹੈ। ਆਪਾਂ ਕਹਿੰਦੇ ਵੀ ਹਾਂ ਭਾਈ ਤੇਰੇ ਨਾਲ ਗੱਲ ਕਰਦੇ ਪਏ, ਮਤਲਬ ਮੈਂ ਇਕੱਲਾ ਨਹੀਂ, ਤੇਰੀ ਤੇ ਮੇਰੀ ਵਾਰਤਾਲਾਪ ਹੋ ਰਹੀ ਹੈ। ਅਸੀਂ ਇਕੱਲੇ ਨਹੀਂ ਬਹਿ ਸਕਦੇ, ਸਾਡਾ ਮਨੁੱਖੀ ਸੁਭਾਅ ਹੈ। ਉਸ ਤੋਂ ਬਾਅਦ ਸੰਸਾਰ ਵਿੱਚ ਆਪਾਂ ਸਾਰਿਆਂ ਨਾਲ ਬਹਿ ਸਕਦੇ ਹਾਂ, ਮਨੁੱਖਾਂ ਨਾਲ ਬਹਿ ਜਾਂਦੇ, ਇੱਥੋਂ ਤੱਕ ਅਸੀਂ ਪਸ਼ੂ ਪੰਛੀਆਂ ਨਾਲ ਵੀ ਬਹਿ ਜਾਂਦੇ ਹਾਂ। ਘਰ ਵਿੱਚ ਜਾਨਵਰ ਰੱਖਿਆ ਹੋਵੇ ਉਹਦੇ ਨਾਲ ਵੀ ਬੰਦਾ ਕਈ ਘੰਟੇ ਗੱਲਾਂ ਕਰਦਾ ਰਹੇਗਾ, ਖੇਡਦਾ ਰਹੇਗਾ, ਸਾਰਿਆਂ ਨਾਲ ਬਹਿ ਜਾਵਾਂਗੇ। ਉਸ ਤੋਂ ਜ਼ਿਆਦਾ ਔਖਾ ਪਤਾ ਕੀ ਹੈ? ਆਪਣੇ ਆਪ ਦੇ ਨਾਲ ਬਹਿਣਾ। ਇਹ ਬਹੁਤ ਔਖਾ ਹੈ। ਆਪਣੇ ਆਪ ਨਾਲ ਨਹੀਂ ਬਹਿ ਸਕੋਗੇ। ਤੁਸੀਂ ਸਿਮਰਨ ਕਰਨ ਲੱਗੋ, ਤੁਸੀਂ ਕੋਈ ਸਾਧਨਾ ਕਰਨ ਲੱਗੋ, ਆਪਣੇ ਸਵੈ ਸਰੂਪ ਦਾ ਧਿਆਨ ਕਰਨ ਲੱਗੋ, ਆਪਣੇ ਆਪੇ ਨੂੰ ਪਹਿਚਾਨਣ ਲੱਗੋ, ਬੜਾ ਮੁਸ਼ਕਲ ਹੋ ਜਾਏਗਾ ਆਪਣੇ ਆਪ ਦੇ ਨਾਲ ਬੈਠਣਾ। ਪਰ ਇੱਕ ਵਿਲੱਖਣਤਾ ਹੋਏਗੀ, ਜਿਸ ਦਿਨ ਤੁਸੀਂ ਆਪਣੇ ਆਪ ਦੇ ਨਾਲ ਬੈਠ ਜਾਓਗੇ ਨਾ, ਉਸ ਦਿਨ ਜਦੋਂ ਸੰਸਾਰ ਤੁਹਾਡੇ ਕੋਲ ਬਹਿਣ ਲੱਗੇਗਾ ਤੁਸੀਂ ਕਹੋਗੇ ਨਹੀਂ, ਮੈਨੂੰ ਤੁਹਾਡੀ ਲੋੜ ਨਹੀਂ ਹੈ। ਅਸਲ ਕਾਰਨ ਇਹ ਹੈ, ਅਸੀਂ ਸੰਸਾਰ ਦੇ ਲੋਕਾਂ ਕੋਲ ਕਿਉਂ ਬਹਿਣਾ ਚਾਹੁੰਦੇ ਹਾਂ? ਕਿਉਂਕਿ ਅਸੀਂ ਕਦੀ ਆਪਣੇ ਨਾਲ ਨਹੀਂ ਬੈਠੇ। ਜਦੋਂ ਆਪਣੇ ਹੱਥ ਦੇ ਵਿੱਚ ਸਾਰਿਆਂ ਤੋਂ ਸੁੰਦਰ ਚੀਜ਼ ਆ ਜਾਵੇ ਤੇ ਆਪਾਂ ਮਾੜੀਆਂ ਚੀਜ਼ਾਂ, ਟੁੱਟੀਆਂ ਭੱਜੀਆਂ ਚੀਜ਼ਾਂ ਜਿਹੜੀਆਂ ਘਰੋਂ ਬਾਹਰ ਸੁੱਟ ਦੇਵਾਂਗੇ। ਆਪਾਂ ਕਹਾਂਗੇ ਨਹੀਂ, ਹੁਣ ਇਹਨਾਂ ਦੀ ਲੋੜ ਨਹੀਂ ਹੈ, ਪੁਰਾਣੀਆਂ ਦੀ ਲੋੜ ਨਹੀਂ ਰਹੇਗੀ। ਕਹਿਣ ਦਾ ਭਾਵ ਇਹ ਹੈ, ਜਿਸ ਦਿਨ ਕਦੀ ਗੁਰੂ ਤਰਸ ਕਰੇ, ਕੋਸ਼ਿਸ਼ ਕਰਿਆ ਕਰੋ ਰੋਜ਼, ਸਹਿਜੇ ਵੀ ਕੋਸ਼ਿਸ਼ ਕਰਦੇ ਜਾਓਗੇ ਨਾ, ਤੇ ਮੈਂ ਸ਼ਬਦ ਕਵਾਂ, ਕੋਈ ਕੱਛੂ ਕੁੰਮੇ ਦੀ ਚਾਲ ਵੀ ਚੱਲਦਾ ਜਾਏਗਾ, ਕਦੇ ਨਾ ਕਦੇ ਤੇ ਮੰਜ਼ਿਲ ਤੇ ਪਹੁੰਚੇਗਾ। ਭਾਵੇਂ ਰੋਜ਼ ਇੱਕ ਖਿਣ, ਅੱਧਾ ਮਿੰਟ ਆਪਣੇ ਸਰੂਪ ਨੂੰ, ਆਪਣੇ ਆਪੇ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਜਿਸ ਦਿਨ ਕਿਤੇ ਆਪਣੇ ਆਪੇ ਦੀ ਝਲਕ ਮਿਲ ਜਾਏਗੀ ਨਾ ਕਿ ਮੈਂ ਕੌਣ ਹਾਂ, ਆਪਣੇ ਨਾਲ ਕਦੀ ਬਹਿ ਜਾਓਗੇ, ਆਪਣੇ ਸਰੂਪ ਦੇ ਅੰਦਰ ਕਦੀ ਜੁੜ ਜਾਓਗੇ, ਤਾਂ ਮੈਂ ਮਾਲਕ ਤੇ ਭਰੋਸਾ ਕਰਕੇ ਸ਼ਬਦ ਕਹਿਣਾ ਕਿ ਉਸ ਦਿਨ ਇਹ ਦੁਨੀਆ ਦੇ ਲੋਕ ਜਦੋਂ ਕੋਲ ਬੈਠਣਗੇ ਤੇ ਸ਼ਬਦ ਕਹੋਗੇ ਨਹੀਂ ਭਾਈ ਤੂੰ ਤੁਰ ਜਾ, ਤੂੰ ਮੇਰੇ ਕੋਲ ਨਾ ਬਹਿ। ਕਿਉਂ? ਕਿਉਂਕਿ ਮੈਂ ਆਪਣੇ ਆਪ ਦੇ ਕੋਲ ਬੈਠਾ। ਤੇ ਗੁਰਮੁਖੋ, ਦੁਨੀਆ ਬੜੀ ਸੋਹਣੀ ਹੈ, ਬਹੁਤ ਸੋਹਣਾ ਸੰਸਾਰ ਹੈ ਪਰਮੇਸ਼ਰ ਨੇ ਸਿਰਜਿਆ, ਪਰ ਜਿਹੜਾ ਸਾਡਾ ਸਰੂਪ ਹੈ ਨਾ, ਇਸ ਤੋਂ ਵੱਧ ਕੇ ਦੁਨੀਆ ਸੋਹਣੀ ਨਹੀਂ ਜੇ। ਤੇ ਜਦੋਂ ਤੁਸੀਂ ਸਾਰਿਆਂ ਤੋਂ ਮਹਾਨ ਸੁੰਦਰਤਾ ਆਪਣੇ ਸਵੈ ਸਰੂਪ ਨੂੰ ਦੇਖੋਗੇ ਤੇ ਦੁਨੀਆ ਦੇ ਸਾਰੇ ਰੂਪ ਜਿਹੜੇ ਨੇ ਕਰੂਪ ਲੱਗਣ ਲੱਗ ਪੈਣਗੇ। ਤਾਂ ਇਹ ਉਸ ਤੋਂ ਔਖਾ ਕੰਮ ਹੈ। ਪਰ ਇਸ ਤੋਂ ਵੀ ਜ਼ਿਆਦਾ ਔਖਾ ਕੰਮ ਜਿਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਸਮਝਾਉਂਦੇ ਨੇ, ਉਹ ਪਿਰ ਦੇ ਨਾਲ ਬੈਠਣਾ,
परमेश्वर दे नाल बैठना, उहदे कोल बैठना सब तो औखा है। तो देखो साडी मूर्खता इहनूं कह सकते हैं कि संसार दे अंदर कोई मनुख थोड़ा जिहा उच्चे अहुदे ते होवे, कोई नेता होवे जां होर वो संसार दे विच थोड़ी जी उहदी पबलिसिटी होवे, उहनूं चार लोग जाणदे होण, आपां उहदे कोल किते अद्धा घंटा 10 मिनट बह जाइए ते आपां फोटोआं खिच के सारी दुनिया नूं विखाउने कि वेखो फलाणे बंदे नाल मेरी उठनी बैठनी है, फलाणे बंदे दे कोल मैं 10 मिनट बह के वेख्या होया, जिहड़ा किसी दे कोल बहिंदा नहीं मैं उहदे कोल अद्धा घंटा बह के आया। इहनूं एक मूर्खता कहीए कि जे संसार दे विच कोई थोड़ा जिहा उच्चे अहुदे वाला है, असीं उहदे कोल बैठ के अपने आप नूं इन्ना वड्डा समझण लग पैंदे आ, ते ओह भलिया उस गुरु दे कोल कदी बह के वेख, जिन्हों आपां रोज़ शब्द कहने राजन के राजा महाराजन के महाराजा, उस महाराजा दे महाराजे कोल बह के वेख कदी तू किन्ना वड्डा हो जाएगा। पर नहीं, असीं ये नहीं करांगे। साडा सुभाव पता कि असीं दुनिया नूं पहल देवांगे। थोड़ा जिहा बाहरी शब्द है मेरा, साडा एक सुभाव, मैं कई दफ़ा सोचदा हुन्ना असीं दुनिया दे हर मनुख दे नाल फोटोआं खिच्चण लई तैयार हो जावांगे, पर साडी सोच कदी नहीं कहेगी चलो एक वखरा विशा है इहदे ते कई उंगलां चुक लैंदे ने, पर किते गुरु दे नाल भी किसे दी शरधा जागी कि मैं अपने गुरु नाल फोटो खिच्चां। भावें एक दुनियावी जिहा शब्द है, पर साडी प्रीत कित्थे खड़ी हुई है, इनू जे किते बह के सोचो। आम मनुख दिस जे असीं उहदे मगर कमले हो जांगे, वो महाराजिਆਂ ਦਾ महाराजा दिस पे, पर हाँ बड़ी दुनिया इत्थे खिੱਚਦੀ है। पर मैं जदों उन्हां नूं देखदा हाँ तो इंज महसूस हुंदा है कि जे ये गुरु दे नाल फोटो खिੱਚ रहे, गुरु नाल नहीं खिੱਚ रहे, ये इत्थों दी सजावट दे नाल जां इत्थे सोहणी जो मीनाकारी हुई है जां इत्थे सोहना जो सोना लगा है, ये सिर्फ उस दृश्य दे नाल फोटो खिੱਚਦੇ पए ने। आम गुरु घर दे अंदर गुरु साहिब जी दा प्रकाश होवे, साध मुरादा रमाला दिता होवे, किन्ने कुछ लोग गुरु नाल जाके फोटोआं खिੱਚ लैंदे ने। ये सिर्फ एक समझाउण मात्र मैं जिक्र कर रहा कि साडी सोच का लैवल कित्थे खड़ा हुंदा है। जाके असीं दुनियावी मनुख दे कोल, वड्डे मनुख दे कोल बहना बड़ा वड्डा अपना कर्म समझदे हां, पर साहब कहंदे गुरु कोल बैठना होवे ते तैनूं बड़ा औखा लगदा है। तां हजूर इत्थे यही कहंदे मंघिर माहे सुहंदियां, ऐ भलिया इस मग्घर दे महीने अंदर वो जीव रूप इस्त्रियां बहुत शोभदियां ने जिहड़ियां हर पिर संग बैठड़ियां, जिहड़ियां अपने पिर, अपने खसम, अपने पति अकाल पुरख परमेश्वर दे कोल बैठियां ने। क्योंकि संसारक तौर पर भी जदों इस रिश्ते की गल करोगे ना, तो साहब ने बाणी अंदर जिहड़ी इस्त्री अपने कंत दे, अपने पति दे नाल तुरदी है, संसार दे विच दुख सुख दे विच उहदे नाल खड़दी है, उहदे हुक्म दे अंदर चलदी है, साहब बाणी अंदर कहंदे भरता कहे सो मानी है, इहो आचार सिखाए दी। कि जो भरता कंत कहता है उहदे हुक्म अनुसार जिहड़ी चलदी वो शोभनीक है। सुहागण की एक निशानी दिती साहब ने बाणी अंदर, नानक सुहागण का क्या चिन्ह है। जिहड़ी सुहागण इस्त्री उहदे लक्षण की ने, ते दुनिया कवी कि उहदे मत्थे विच संधूर होवे ते वो सुहागण है, जे उहदा कंत उहदे नाल है तो वो सुहागण है। पर बाणी कहंदी नहीं, असल विच जे उहदे विच आ गुण हन तां सुहागण है, जे गुण नहीं हन तां भावें उहदा भरता, उहदा कंत उहदे नाल होवे तां भी सुहागण नहीं है। महाराज किहड़े गुण? साहब कहंदे नानक सुहागण का क्या चिन्ह है। महाराज उहदी की निशानी है? तां साहब कहंदे अंदर सच मुख उजला, खसमै माहे समाए। जिस दे अंदर सच होवे, जिस दा मुख जिहड़ा उजला होवे, शोभा वाला होवे, ते खसमै माहे समाए, अपने खसम दे विच समा गई होवे। एक जोत दोए मूर्ति धन पिर कही है, सोए दी अवस्था प्राप्त हो गई होवे, उन्होंने साहब बाणी अंदर सुहागण कहंदे। जिन्हों साहब कहंदे ने धनी विहूणा पाट पटंबर पाही सेती जाले, धूड़ी विच लोडंदड़ी सोहा नानक तै सह नाले। कि ऐ मेरे अकाल पुरख परमेश्वर, जे तू मेरे नाल नहीं तां जे मेरे तन दे उत्ते रेशमी कपड़े भी पहने होण, मेरे तन ते बेशकीमती पोशाकां भी पहनियां होण, मैं इन्हां नूं पाहे सेती जाले, मैं इन्हां नूं अग विच साड़ देवां। क्यों? क्योंकि तू मेरे नाल नहीं, ते जे तू मेरे नाल होवें तां धूड़ी विच लोडंदड़ी सोहा नानक तै सह नाले। जे तू नाल होवे, जे मेरा पति मेरा कंत नाल होवे, भावें मैनूं मिट्टी दे विच भी जीवन बतीत करना पवे, साध मुरादा जीवन बतीत करना पवे, मैं उहदे विच भी शोभा समझांगी। बाणी की जिस शब्द की व्याख्या करिए ना, साहब ने बाणी अंदर जो एक इस्त्री अपने पतिव्रता धर्म अंदर परपक्क है, उन्होंने साहब जी ने शोभावंती, सुहागणी, सुचज्जी आदिक बेअंत शब्दों के नाल बाणी दे अंदर बाणीकारा ने, भगत साहबाना ने निवाजिया।
ਪਰ ਜੋ ਆਪਣੇ ਧਰਮ ਤੋਂ ਅਲੱਗ ਹੋ ਗਈ, ਜੋ ਪਤੀਵ੍ਰਤਾ ਧਰਮ ਤੋਂ ਪਾਸੇ ਹੋ ਗਈ, ਉਸ ਇਸਤਰੀ ਨੂੰ ਫਿਰ ਬਾਣੀਕਾਰਾਂ ਨੇ ਕੁਚੱਜੀ, ਨਾਨਕ ਨਾਰੀ ਵਿੱਚ ਕੁਨਾਰ, ਕੁਲੱਖਣੀ ਆਦਿਕ, ਦੁਹਾਗਣੀ ਆਦਿਕ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ। ਖੈਰ ਇੱਕ ਇਤਿਹਾਸ ਦੀ ਘਟਨਾ ਮੇਰੇ ਜ਼ਿਹਨ ਆਈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਸੁਭਾਏਮਾਨ ਉਸ ਆਨੰਦਾਂ ਦੀ ਪੁਰੀ ਵਿੱਚ ਬਿਰਾਜਮਾਨ ਨੇ, ਸੋਹਣਾ ਦੀਵਾਨ ਸੱਜਿਆ ਤੇ ਹਜੂਰ ਪਾਤਸ਼ਾਹ ਜੀ ਨੇ ਭਰੀ ਸਭਾ, ਭਰੀ ਸੰਗਤ ਦੇ ਵਿੱਚ ਅੱਜ ਇੱਕ ਸ਼ਬਦ ਕਿਹਾ। ਸਭ ਕਹਿੰਦੇ ਕੋਈ ਐਸੀ ਬੀਬੀ ਇਸਤਰੀ ਹੈ ਜਿਹੜੀ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਜਤ ਸੱਤ ਦੇ ਵਿੱਚ ਪੱਕੀ ਹੋਵੇ। ਕਿਉਂਕਿ ਤਨ ਕਰਕੇ ਜਤ ਸੱਤ ਦੇ ਵਿੱਚ ਪੱਕੇ ਹੋ ਜਾਣਾ ਇਹ ਬਹੁਤਾ ਮੁਸ਼ਕਲ ਨਹੀਂ ਹੈ। ਤਨ ਕਰਕੇ ਮਨੁੱਖ ਸੰਸਾਰ ਦੀ ਬੜੀ ਲੱਜਾ ਨੂੰ ਪਾਲ ਜਾਂਦਾ ਹੈ, ਤਨ ਕਰਕੇ ਕਈ ਪਾਸਿਆਂ ਤੋਂ ਬੰਦਾ ਬਚ ਜਾਂਦਾ ਹੈ, ਪਰ ਮਨ ਕਰਕੇ ਜਤ ਸੱਤ ਤੋਂ ਹਰ ਮਨੁੱਖ ਡਿੱਗਾ ਹੈ। ਕੋਈ ਇੱਕ ਅੱਧਾ ਵਿਰਲਾ ਵਾਂਝਾ, ਜਿਹਨੂੰ ਸਾਹਿਬ ਕਹਿੰਦੇ ਇੱਕ ਅੱਧ ਨਾਏ ਰਸੀੜਾ ਕਾ ਵਿਰਲੇ ਜਾਏ ਉੱਠੀ, ਕੋਈ ਇੱਕ ਅੱਧਾ ਨਾਮ ਰਸੀਆ ਜਿਹੜਾ ਮਨ ਕਰਕੇ ਜਤ ਸੱਤ ਤੇ ਖੜਾ ਹੋਏਗਾ। ਤਨ ਕਰਕੇ ਤੇ ਬੜੀ ਦੁਨੀਆ ਖੜੀ ਹੈ, ਪਰ ਮਨ ਕਰਕੇ ਤਕਰੀਬਨ ਹਰ ਮਨੁੱਖ ਆਪਣੇ ਧਰਮ ਤੋਂ, ਆਪਣੇ ਇਖਲਾਕ ਤੋਂ, ਆਪਣੇ ਕਰੈਕਟਰ ਤੋਂ ਗਿਰ ਚੁੱਕਾ ਹੈ। ਜੇ ਉਸ ਤੋਂ ਅੱਗੇ ਗੱਲ ਕਰੀਏ ਤਾਂ ਤੀਜਾ ਸ਼ਬਦ ਹੁੰਦਾ ਬਾਣੀ ਕਰਕੇ। ਹੁਣ ਕੋਈ ਮਨ ਕਰਕੇ ਵੀ ਬੜਾ ਸਾਫ਼ ਸੁਥਰਾ ਹੋ ਸਕਦਾ, ਕਿਉਂਕਿ ਇੱਕ ਸਵੱਟੀ ਆਪਣੇ ਕੋਲ ਹੁੰਦੀ ਨਹੀਂ, ਪਰ ਅਸੀਂ ਆਪਣੇ ਆਪ ਤੇ ਲਾ ਦਿੰਦੇ ਹਾਂ। ਆਪਣੇ ਜਿਵੇਂ ਕਹਿ ਲਓ ਵੀ ਆਪ ਹੀ ਚੋਰ ਬਣ ਕੇ ਆਪ ਹੀ ਵਕੀਲ ਬਣ ਜਾਂਦੇ, ਆਪ ਹੀ ਅਸੀਂ ਜੱਜ ਬਣ ਜਾਂਦੇ ਹਾਂ ਕਿ ਆਪ ਹੀ ਗੁਨਾਹ ਕਰਦੇ ਹਾਂ, ਆਪ ਹੀ ਆਪਣੇ ਫੈਸਲੇ ਕਰਦੇ ਨੇ ਕਿ ਮੈਂ ਬੜਾ ਸਾਫ਼ ਸੁਥਰਾ, ਮੈਂ ਬੜਾ ਇਮਾਨਦਾਰ ਹਾਂ, ਮੈਂ ਬੜਾ ਮਨ ਦਾ ਸੱਚਾ ਹਾਂ। ਪਰ ਤੀਜਾ ਸ਼ਬਦ ਹੁੰਦਾ ਬਾਣੀ ਕਰਕੇ। ਬਾਣੀ ਕਰਕੇ ਜਿਹਨੂੰ ਆਪਾਂ ਇੱਕ ਸ਼ਬਦ ਕਹਿ ਦਈਏ, ਆਮ ਸ਼ਬਦਾਵਲੀ ਕਰਕੇ। ਸ਼ਬਦਾਵਲੀ ਦਾ ਥੋੜ੍ਹਾ ਜਿਹਾ ਖੋਲ੍ਹਣ ਦੀ ਕੋਸ਼ਿਸ਼ ਕਰਾਂ ਤਾਂ ਸਾਡੀ ਆਮ ਭਾਸ਼ਾ ਦੇ ਅੰਦਰ, ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ, ਅਸੀਂ ਇੰਨੇ ਕੁ ਗਿਰ ਚੁੱਕੇ ਹਾਂ, ਇੰਨੇ ਕੁ ਗਿਰ ਚੁੱਕੇ ਹਾਂ ਕਿ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਪਹਿਚਾਣ ਪਤਾ ਕਿਵੇਂ ਦਿੰਦੇ ਹਾਂ। ਆਮ ਦੁਨੀਆ ਦੇ ਲੋਕ ਜਦੋਂ ਆਪਣੀ ਮਾਂ ਬੋਲੀ ਦੀ ਪਹਿਚਾਣ ਦੇਣਗੇ, ਕਈ ਸ਼ਬਦਾਂ ਦੇ ਨਾਲ ਦੇਣਗੇ। ਅਸੀਂ ਆਪਣੀ ਮਾਂ ਬੋਲੀ ਦੀ ਪਹਿਚਾਣ ਜਿਹੜੀ ਉਹ ਪਤਾ ਕਿਵੇਂ ਦਿੰਦੇ ਹਾਂ, ਮਾਫ਼ ਕਰਿਓ ਮੇਰੇ ਸ਼ਬਦ ਨੂੰ, ਅਸੀਂ ਕਵਾਂਗੇ ਜੇ ਅਸੀਂ ਗੱਲ ਗੱਲ ਤੇ ਗਾਲ ਨਹੀਂ ਕੱਢਦੇ ਤਾਂ ਸਾਡਾ ਪਤਾ ਹੀ ਨਹੀਂ ਲੱਗਦਾ ਅਸੀਂ ਪੰਜਾਬੀ ਆ। ਅਸੀਂ ਆਪਣੀ ਮਾਂ ਬੋਲੀ ਦੀ ਪਹਿਚਾਣ ਇੰਜ ਦਿੰਦੇ ਹਾਂ ਕਿ ਜੇ ਅਸੀਂ ਹਰ ਗੱਲ ਤੇ ਗਾਲ ਕੱਢਾਂਗੇ ਤਾਂ ਪਤਾ ਲੱਗੇਗਾ ਅਸੀਂ ਪੰਜਾਬੀ ਹਾਂ, ਜੇ ਅਸੀਂ ਨਹੀਂ ਕੱਢਦੇ ਤਾਂ ਸਾਡਾ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਪੰਜਾਬੀ ਹਾਂ। ਇੱਥੇ ਜਾ ਕਰਕੇ ਸਾਡੀ ਸੋਚ ਜਿਹੜੀ ਉਹ ਖੜੀ ਹੋਈ ਹੈ। ਤਾਂ ਜ਼ਿਕਰ ਕਰਾਂ, ਇੱਕ ਹੁੰਦਾ ਤਨ ਕਰਕੇ ਜਤ ਸੱਤ ਤੋਂ ਡਿੱਗਣਾ, ਇੱਕ ਹੁੰਦਾ ਮਨ ਕਰਕੇ ਡਿੱਗਣਾ, ਇੱਕ ਹੁੰਦਾ ਬਾਣੀ ਕਰਕੇ, ਭਾਸ਼ਾ ਕਰਕੇ। ਵੀ ਅਸੀਂ ਹਰ ਗੱਲ ਦੇ ਵਿੱਚ ਮਾੜੇ ਸ਼ਬਦ ਵਰਤਨੇ, ਉੱਥੋਂ ਪਤਾ ਲੱਗਦਾ ਅਸੀਂ ਆਪਣੇ ਇਖਲਾਕ ਤੋਂ ਡਿੱਗ ਚੁੱਕੇ ਹਾਂ। ਤਾਂ ਹਜੂਰ ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਐਸੀ ਬੱਚੀ ਹੈ ਜਿਹੜੀ ਤਨ ਕਰਕੇ, ਮਨ ਕਰਕੇ ਤੇ ਬਾਣੀ ਕਰਕੇ ਜਤ ਸੱਤ ਦੇ ਉੱਤੇ ਪੱਕੀ ਹੋਵੇ। ਤੇ ਨਾਲ ਇੱਕ ਸ਼ਬਦ ਕਿਹਾ, ਜਿਨਨੇ ਕਦੀ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਪਤੀ ਦਾ ਮੂੰਹ ਨਾ ਫਿਟਕਾਰਿਆ ਹੋਵੇ। ਇਹ ਸ਼ਬਦ ਇਤਿਹਾਸ ਦੇ ਅੰਦਰ ਕਦੀ ਪੜੋ, ਰਹਿਤਨਾਮਿਆਂ ਅੰਦਰ ਪੜੋ, ਮੂੰਹ ਫਿਟਕਾਰਨਾ, ਤਾਂ ਇਹ ਸ਼ਬਦ ਹਲੂਣਾ ਦੇਵੇਗਾ ਤੁਹਾਡੇ ਅੰਦਰ ਨੂੰ। ਤਾਂ ਇੱਕ ਗੁਰੂ ਕੀ ਪਿਆਰੀ ਗੁਰਸਿੱਖੀ ਜੀਵਨ ਨੂੰ ਕਮਾਉਣ ਵਾਲੀ ਬੀਬੀ ਖੜੀ ਹੋਈ ਤੇ ਉਹਨੇ ਭਰੀ ਸਭਾ ਦੇ ਵਿੱਚ, ਸੰਗਤ ਵਿੱਚ ਕਿਹਾ, ਹਾਂ ਮਹਾਰਾਜ, ਤੁਹਾਡੀ ਆਸੀਸ ਦੇ ਸਦਕਾ, ਤੁਹਾਡੀ ਕਿਰਪਾ ਦੇ ਸਦਕਾ ਮੈਂ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਆਪਣੇ ਜਤ ਸੱਤ ਵਿੱਚ ਪੱਕੀ ਹਾਂ ਤੇ ਮਹਾਰਾਜ ਮੈਂ ਕਦੀ ਵੀ ਮਰਦ ਦਾ ਮੂੰਹ ਜਿਹੜਾ ਉਹ ਫਿਟਕਾਰਿਆ ਨਹੀਂ ਹੈ। ਹਜੂਰ ਪਾਤਸ਼ਾਹ ਬੜੇ ਹੈਰਾਨ ਹੋ ਕੇ ਕਹਿੰਦੇ, ਸ਼ਾਬਾਸ਼ ਧੀਏ, ਪਰ ਨਾਲ ਇਹ ਦੱਸ ਵੀ ਇਹਦਾ ਕਾਰਨ ਕੀ ਬਣਿਆ। ਤਾਂ ਉਹਨੇ ਬੜੇ ਪਿਆਰ ਦੇ ਨਾਲ ਕਿਹਾ, ਮਹਾਰਾਜ ਜੀ, ਅਸੀਂ ਜਿੰਨੀਆਂ ਵੀ ਬੱਚੀਆਂ ਇਤਿਹਾਸ ਨੇ ਉਹਨਾਂ ਨੂੰ 3 ਭੈਣਾਂ ਵੀ ਲਿਖਿਆ, 4 ਭੈਣਾਂ ਵੀ ਲਿਖਿਆ। ਮੁੱਕਦੀ ਗੱਲ ਉਹ ਕਹਿੰਦੀ ਬਚਪਨ ਦੇ ਅੰਦਰ ਹੀ ਸਾਡੇ ਪਿਤਾ ਜੀ ਜਿਹੜੇ ਸਨ ਉਹ ਜਦੋਂ ਕੂਚ ਕਰ ਗਏ ਸੰਸਾਰ ਤੋਂ, ਤਾਂ ਮਹਾਰਾਜ ਜੀ ਕੀ ਹੋਇਆ, ਜਿਹੜੇ ਹਾਕਮ ਲੋਕ ਸਨ ਜਾਂ ਸਾਡੇ ਸ਼ਰੀਕੇ ਦੇ ਲੋਕ ਸਨ, ਉਹਨਾਂ ਨੇ ਉਸੇ ਵਕਤ ਸਾਡੀ ਜਾਇਦਾਦ ਜਿਹੜੀ ਸੀ ਉਹ ਸਾਰਾ ਕੁਝ ਜਿਹੜਾ ਉਹਨਾਂ ਨੇ ਖੋਹ ਲਿਆ। ਮੇਰੀ ਮਾਂ ਦੇ ਗਰਭ ਦੇ ਅੰਦਰ ਇੱਕ ਬੱਚਾ ਪਲ ਰਿਹਾ ਸੀ। ਜਦੋਂ ਹਾਕਮਾਂ ਨੂੰ ਇਹ ਕਿਹਾ ਕਿ ਅਸੀਂ ਇਸ ਤਰ੍ਹਾਂ ਗਰੀਬ ਪਰਿਵਾਰ ਹਾਂ, ਤੁਸੀਂ ਸਾਡੀ ਜਾਇਦਾਦ ਜ਼ਮੀਨ ਮੋੜ ਦਿਓ, ਉਹਨਾਂ ਨੇ ਕਿਹਾ ਇਸ ਇਸਤਰੀ ਦੇ ਗਰਭ ਵਿੱਚ ਜਿਹੜਾ ਬੱਚਾ ਪਲ ਰਿਹਾ, ਜੇ ਤਾਂ ਉਹ ਪੁੱਤਰ ਹੋਏਗਾ ਤਾਂ ਤੁਹਾਨੂੰ ਸਾਰਾ ਕੁਝ ਜਿਹੜਾ ਉਹ ਵਾਪਸ ਦੇ ਦਿੱਤਾ ਜਾਏਗਾ, ਜੇ ਉਹ ਧੀ ਹੋਏਗੀ ਤੇ ਤੁਹਾਨੂੰ ਕੁਝ ਵਾਪਸ ਨਹੀਂ ਮਿਲੇਗਾ। ਮਹਾਰਾਜ ਸਮਾਂ ਬਤੀਤ ਹੋਇਆ, ਜਿੰਨੇ ਕੁ ਮਹੀਨੇ ਬਾਕੀ ਰਹਿੰਦੇ ਸਨ, ਮੇਰੀ ਮਾਂ ਨੇ ਜਨਮ ਦਿੱਤਾ ਇੱਕ ਪੁੱਤਰ ਨੂੰ, ਭਾਵ ਸਾਡੇ ਭਰਾ ਨੇ ਜਨਮ ਲਿਆ। ਤੇ ਮਹਾਰਾਜ ਜੀ ਉਸੇ ਵਕਤ ਹੀ ਸਾਡੀ ਸਾਰੀ ਜ਼ਮੀਨ, ਸਾਡਾ ਧਨ ਜਾਇਦਾਦ, ਸਾਰਾ ਕੁਝ ਜਿਹੜਾ ਉਹ ਵਾਪਸ ਆ ਗਿਆ, ਕਿਉਂਕਿ ਉਹਨਾਂ ਜ਼ੁਬਾਨ ਕੀਤੀ ਸੀ ਜੇ ਪੁੱਤਰ ਜਨਮ ਲਏਗਾ ਤੇ ਅਸੀਂ ਸਾਰਾ ਕੁਝ ਵਾਪਸ ਕਰ ਦਾਂਗੇ। ਭਾਵ ਕੁਝ ਮਹੀਨੇ ਪਹਿਲਾਂ ਹੀ ਮੇਰਾ ਪਿਤਾ ਚੜ੍ਹਾਈ ਕੀਤਾ ਸੀ, ਉਦੋਂ ਮੇਰੀ ਮਾਂ ਦੇ ਗਰਭ ਅੰਦਰ ਬੱਚਾ ਸੀ। ਤਾਂ ਮਹਾਰਾਜ ਜਿਵੇਂ ਪੁੱਤਰ ਨੇ ਜਨਮ ਲਿਆ, ਸਾਨੂੰ ਸਾਰਾ ਕੁਝ ਵਾਪਸ ਆ ਗਿਆ। ਮੈਂ ਉਸ ਦਿਨ ਤੋਂ ਇੱਕ ਪ੍ਰਣ ਕਰ ਲਿਆ
ਕਿ ਇਸ ਮਰਦ ਦੇ ਆਉਣ ਦੇ ਨਾਲ, ਇਸ ਪੁੱਤਰ ਦੇ ਆਉਣ ਦੇ ਨਾਲ, ਸਾਡੇ ਭਰਾ ਦੇ ਆਉਣ ਨਾਲ ਸਾਨੂੰ ਸਾਰਾ ਕੁਝ ਵਾਪਸ ਮਿਲ ਗਿਆ। ਮੈਂ ਅੱਜ ਤੋਂ ਪ੍ਰਣ ਕਰਦੀ ਹਾਂ, ਮੈਂ ਕਦੀ ਕਿਸੇ ਮਰਦ ਦਾ ਮੂੰਹ ਨਹੀਂ ਫਿਟਕਾਰਾਂਗੀ। ਗਰੀਬ ਨਵਾਜ਼ ਪਾਤਸ਼ਾਹ ਬੜੇ ਪ੍ਰਸੰਨ ਹੋਏ। ਫਿਰ ਉਹਦੇ ਜੱਤ ਸੱਤ ਵਿੱਚ ਪੱਕੇ ਰਹਿਣ ਦੀ ਨਿਸ਼ਾਨੀ ਦਿਖਾਉਣੀ ਪੈਣੀ ਸੀ, ਕਿਉਂਕਿ ਕਹਿਣ ਨੂੰ ਤਾਂ ਹਰ ਕਹਿ ਦੇਗਾ ਕਿ ਮੈਂ ਬੜਾ ਜੱਤ ਸੱਤ ਵਿੱਚ ਪੱਕਾ ਹਾਂ। ਹਜੂਰ ਬਾਜਾਂ ਵਾਲੇ ਸਾਹਿਬ ਕਹਿੰਦੇ, ਜਾ ਧੀਏ, ਉਹ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਹੈ ਨਾ, ਜਿਹੜਾ ਲੋਹਗੜ੍ਹ ਸਾਹਿਬ ਵਾਲਾ ਸਥਾਨ ਹੈ, ਸਾਹਿਬ ਪਾਤਸ਼ਾਹ ਕਹਿੰਦੇ ਉਹਦੇ ਬਾਹਰ ਇੱਕ ਸੁੱਕੇ ਬੋਹੜ ਦਾ ਰੁੱਖ ਲੱਗਾ, ਦੇਖ, ਉਹਦੇ ਆਸੇ-ਪਾਸੇ ਕਨਾਤ ਕਰ ਲਾ, ਵੱਡਾ ਪਰਦਾ ਕਰ ਲਾ, ਤੇ ਉੱਥੇ ਜਾ ਕੇ ਉਸ ਬੋਹੜ ਦੇ ਰੁੱਖ ਥੱਲੇ ਇਸ਼ਨਾਨ ਕਰ, ਤੇ ਬਾਅਦ ਵਿੱਚ ਇਸ਼ਨਾਨ ਕਰਕੇ ਸੋਹਣੇ ਵਸਤਰ ਪਹਿਨ ਕੇ ਉੱਥੇ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਆ। ਇਹ ਇਤਿਹਾਸ ਤਾਰੀਖ ਗੁਰੂ ਖਾਲਸਾ ਦੇ ਪਹਿਲੇ ਭਾਗ ਵਿੱਚ ਇਹ ਕਹਾਣੀ, ਇਹ ਸਾਖੀ ਲਿਖੀ ਹੈ। ਇਹਨੂੰ ਕੋਈ ਅਤ ਕਥਨੀ ਨਾ ਸਮਝ ਲਿਓ। ਜਦੋਂ ਪਾਜਾਂ ਵਾਲੇ ਦੀ ਅਸੀਸ ਲੈ ਕੇ ਉਹ ਧੀ, ਉਹ ਬੱਚੀ ਗਈ, ਉਹਨੇ ਜਾ ਕੇ ਸੋਹਣੀ ਕਨਾਤ ਕੀਤੀ, ਪਰਦਾ ਕੀਤਾ, ਉਸ ਸੁੱਕੇ ਬੋਹੜ ਦੇ ਰੁੱਖ ਥੱਲੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ। ਸੰਗਤ ਦੇ ਦੇਖਦੇ ਦੇਖਦਿਆਂ ਸੁੱਕਾ ਬੋਹੜ ਦਾ ਰੁੱਖ ਜਿਹੜਾ ਸੀ ਉਹ ਹਰਾ ਹੋ ਗਿਆ। ਹਜੂਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਆਹ ਜੱਤ ਸੱਤ ਦੇ ਵਿੱਚ ਪੱਕੀ ਹੋਈ ਇੱਕ ਧੀ ਦੀ ਨਿਸ਼ਾਨੀ ਹੈ। ਜਿਹੜੀ ਜੱਤ ਸੱਤ ਦੇ ਵਿੱਚ ਪੱਕੀ ਹੈ, ਪਤੀਬ੍ਰਤਾ ਧਰਮ ਵਿੱਚ ਪਰਪੱਕ ਹੈ, ਸਾਹਿਬ ਕਹਿੰਦੇ ਉਹ ਆਪਣੀ ਆਈ ਤੇ ਆ ਜੇ ਤੇ ਉਹ ਧਰਤੀ ਪਲਟ ਸਕਦੀ ਹੈ, ਉਹਦੇ ਕੋਲ ਇੰਨੀ ਸਮਰੱਥਾ ਹੈ। ਤਾਂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ, ਉਹ ਸੁਹਾਗਣਾ ਨੇ, ਉਹ ਜੀਵ ਇਸਤਰੀਆਂ ਨੇ, ਕਮਾਈ ਵਾਲੀਆਂ ਨੇ, ਜਿਹੜੀਆਂ ਪਿਰਸੰਗ ਬੈਠੜੀਆਂ, ਜਿਹੜੀਆਂ ਆਪਣੇ ਕੰਤ ਦੇ ਕੋਲ, ਆਪਣੇ ਪਤੀ ਪਰਮੇਸ਼ਰ ਦੇ ਕੋਲ ਬਹਿੰਦੀਆਂ ਨੇ। ਤੇ ਮਾਫ ਕਰਿਓ ਮੇਰੇ ਸ਼ਬਦ ਨੂੰ, ਦੁਨਿਆਵੀ ਤੌਰ ਤੇ ਵੀ ਜੇ ਕੋਈ ਇਸਤਰੀ ਆਪਣੇ ਕੰਤ ਕੋਲ ਬਹਿਣਾ ਮੁਨਾਸਬ ਨਾ ਸਮਝਦੀ ਹੋਵੇ, ਉਹਨੂੰ ਸੰਸਾਰ ਕਦੀ ਨਹੀਂ ਪ੍ਰਵਾਨ ਕਰਦਾ। ਤੇ ਜੇ ਗੁਰਸਿੱਖੀ ਜੀਵਨ 'ਚ ਗੱਲ ਕਰੀਏ, ਧਰਮ ਦੀ ਦੁਨੀਆ 'ਚ ਗੱਲ ਕਰੀਏ, ਤਾਂ ਜਿਹੜੀ ਜੀਵ ਇਸਤਰੀ ਆਪਣੇ ਪਤੀ ਅਕਾਲ ਪੁਰਖ ਪਰਮੇਸ਼ਰ ਕੋਲ ਬਹਿਣਾ ਮੁਨਾਸਬ ਨਹੀਂ ਸਮਝਦੀ, ਜਾਂ ਸਮਾਂ ਨਹੀਂ ਕੱਢਦੀ, ਜਾਂ ਬਹਿਣਾ ਆਪਣਾ ਸੁਭਾਗ ਨਹੀਂ ਸਮਝਦੀ, ਉਹਨੂੰ ਨਾ ਇਹ ਲੋਕ ਪ੍ਰਵਾਨ ਕਰੇਗਾ, ਨਾ ਅਗਲਾ ਲੋਕ ਪ੍ਰਵਾਨ ਕਰੇਗਾ। ਤਾਂ ਹਜੂਰ ਗਰੀਬ ਨਵਾਜ਼ ਤਾਂ ਕਹਿੰਦੇ ਨੇ, ਮਗਰ ਦੇ ਮਹੀਨੇ ਅੰਦਰ ਉਹ ਜੀਵ ਇਸਤਰੀਆਂ ਬਹੁਤ ਸ਼ੋਭਦੀਆਂ ਨੇ, ਬੜੀਆਂ ਪਿਆਰੀਆਂ ਲੱਗਦੀਆਂ ਨੇ, ਜਿਹੜੀਆਂ ਆਪਣੇ ਕੰਤ ਦੇ ਨਾਲ, ਗੁਰੂ ਸਾਹਿਬ ਦੇ ਨਾਲ, ਗੁਰ ਸ਼ਬਦ ਦੇ ਨਾਲ ਸੁਰਤ ਕਰਕੇ, ਤਨ ਕਰਕੇ, ਮਨ ਕਰਕੇ, ਜੁੜ ਕਰਕੇ ਬੈਠੀਆਂ ਹਨ। ਤਿਨ ਕੀ ਸੋਭਾ ਕਿਆ ਗਨੇ, ਜੇ ਸਾਹਿਬ ਮੇਲੜਿਆ। ਕਹਿੰਦੇ ਜਿਨ੍ਹਾਂ ਨੂੰ ਸਾਹਿਬ ਨੇ ਮੇਲੜਿਆ, ਆਪਣੇ ਅੰਦਰ ਮਿਲਾ ਲਿਆ, ਆਪਣੇ ਅੰਦਰ ਅਭੇਦ ਕਰ ਲਿਆ, ਤਿਨ ਕੀ ਸੋਭਾ ਕਿਆ ਗਨੀ, ਉਹਨਾਂ ਦੀ ਸ਼ੋਭਾ ਕੀ ਕੋਈ ਕਰ ਸਕੇਗਾ, ਕਿਉਂਕਿ ਪਰਮੇਸ਼ਰ ਦੀ ਸ਼ੋਭਾ ਨਹੀਂ ਕੀਤੀ ਜਾ ਸਕਦੀ। ਤੇ ਜਿਹੜਾ ਪਰਮੇਸ਼ਰ ਅੰਦਰ ਅਭੇਦ ਹੋ ਗਿਆ, ਫਿਰ ਉਹਦੀ ਵੀ ਸ਼ੋਭਾ ਕੌਣ ਕਰ ਦੇਵੇਗਾ। ਜਿਵੇਂ ਕਹਿ ਲਓ, ਜੇ ਸਮੁੰਦਰ ਬੇਅੰਤ ਹੈ ਤਾਂ ਲਹਿਰਾਂ ਵੀ ਤੇ ਬੇਅੰਤ ਹਨ ਨਾ। ਜੇ ਸਮੁੰਦਰ ਮਾਪਿਆ ਤੋਲਿਆ ਨਹੀਂ ਜਾ ਸਕਦਾ, ਤੇ ਸਮੁੰਦਰ ਦੀਆਂ ਲਹਿਰਾਂ ਵੀ ਤੇ ਨਹੀਂ ਮਿਣੀਆਂ ਜਾ ਸਕਦੀਆਂ ਨਾ। ਇਸੇ ਤਰ੍ਹਾਂ ਹਜੂਰ ਪਾਤਸ਼ਾਹ ਤਾਂ ਹੀ ਬਾਣੀ ਅੰਦਰ ਵਾਰ-ਵਾਰ ਕਹਿੰਦੇ ਨੇ ਕਿ ਉਹ ਬੇਅੰਤ ਹੈ, ਉਹ ਬੇਅੰਤ ਹੈ। ਤੇ ਜਿਹੜਾ ਉਸ ਬੇਅੰਤ ਦੇ ਨਾਲ ਜੁੜ ਜਾਂਦਾ, ਉਹ ਵੀ ਬੇਅੰਤ ਹੋ ਜਾਂਦਾ। ਫਿਰ ਸਾਹਿਬ ਇਹ ਵੀ ਕਹਿੰਦੇ ਨੇ, ਉਹ ਨਿਰਭਉ ਹੈ। ਜਿਹੜਾ ਨਿਰਭਉ ਦੀ ਸ਼ਰਨ ਵਿੱਚ ਚਲਾ ਜਾਂਦਾ, ਉਹ ਵੀ ਨਿਰਭਉ ਹੋ ਜਾਂਦਾ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਤਾਂ ਹਜੂਰ ਪਾਤਸ਼ਾਹ ਤਾਂ ਕਹਿੰਦੇ, ਤਿਨ ਕੀ ਸੋਭਾ ਕਿਆ ਗਨੀ। ਜੇ ਕੋਈ ਆਮ ਮਨੁੱਖ ਕਵੇ ਮੈਂ ਉਹਨਾਂ ਦੀ ਜੀਵਨ ਗਾਥਾ ਲਿਖ ਦੇਵਾਂਗਾ, ਉਹਨਾਂ ਦੀ ਸ਼ੋਭਾ ਲਿਖ ਦੇਵਾਂਗਾ, ਤਾਂ ਸਾਹਿਬ ਕਹਿੰਦੇ ਪਰਮੇਸ਼ਰ ਬੇਅੰਤ ਹੈ। ਜਿਹੜੀਆਂ ਜੀਵ ਇਸਤਰੀਆਂ ਉਹਦੇ ਅੰਦਰ ਅਭੇਦ ਹੋ ਗਈਆਂ, ਉਹਨਾਂ ਦੀ ਸ਼ੋਭਾ ਜਿਹੜੀ ਉਹ ਵੀ ਗਿਣੀ ਮਿਣੀ ਤੋਲੀ ਜਿਹੜੀ ਉਹ ਨਹੀਂ ਜਾ ਸਕਦੀ। ਕਿਉਂਕਿ ਧਰਮ ਜਿਹੜਾ ਹੈ, ਜੇ ਧਰਮ ਦੀ ਗੱਲ ਕਰੀਏ ਤਾਂ ਧਰਮ ਕਦੀ ਖਰੀਦਿਆ ਨਹੀਂ ਜਾ ਸਕਦਾ। ਦੁਨੀਆ ਦੀ ਹਰ ਚੀਜ਼ ਜਿਹੜੀ ਉਹ ਖਰੀਦੀ ਜਾ ਸਕਦੀ ਹੈ, ਨਾ ਧਰਮ ਖਰੀਦਿਆ ਜਾ ਸਕਦਾ। ਹਾਂ, ਇਹ ਤੇ ਸਾਡੀ ਇੱਕ ਮਾਨਸਿਕਤਾ ਐਸੀ ਹੋ ਗਈ ਹੈ। ਅਸੀਂ ਸੰਸਾਰ ਵਿੱਚ ਕੀ ਕਹਿੰਦੇ ਫਿਰਦੇ ਆ ਲੋਕ, ਮੈਂ ਫਲਾਣੇ ਤੋਂ ਨਾਮ ਲਿਆ, ਮੈਂ ਫਲਾਣੇ ਤੋਂ ਨਾਮ ਲਿਆ, ਮੈਂ ਫਲਾਣੇ ਦਾ ਨਾਮ ਲੈਣਾ। ਦੁਨੀਆ ਨੇ ਕਿਤੇ ਨਾ ਕਿਤੇ ਨਾਮ ਨੂੰ ਇੱਕ ਵਸਤੂ ਸਮਝ ਲਿਆ। ਜਿਵੇਂ ਆਪਾਂ ਕਹੀਏ ਮੈਂ ਕੱਪੜਾ ਫਲਾਣੀ ਦੁਕਾਨ ਤੋਂ ਖਰੀਦਿਆ, ਦੂਜਾ ਕਹਿੰਦਾ ਨਹੀਂ ਮੈਂ ਤਾਂ ਦੂਜੀ ਤੋਂ ਖਰੀਦਿਆ, ਉਹ ਕਹੇਗਾ ਮੈਂ ਫਲਾਣੇ ਬ੍ਰਾਂਡ ਦਾ ਖਰੀਦਿਆ, ਉਹ ਕਹੇਗਾ ਨਹੀਂ ਮੈਂ ਇਸ ਬ੍ਰਾਂਡ ਦਾ ਖਰੀਦਿਆ। ਨਾਮ ਨੂੰ ਵੀ ਕਿਤੇ ਨਾ ਕਿਤੇ ਅਸੀਂ ਇੰਝ ਸਮਝ ਲਿਆ, ਉਹ ਕਹਿੰਦਾ ਮੈਂ ਫਲਾਣੇ ਤੋਂ ਲਿਆ, ਉਹ ਕਹਿੰਦਾ ਨਹੀਂ ਮੈਂ ਦੂਜੇ ਤੋਂ ਲਿਆ, ਉਹ ਕਹਿੰਦਾ ਮੈਂ ਤੀਜੇ ਤੋਂ ਲਿਆ। ਜਿਵੇਂ ਨਾਮ ਇੱਕ ਵਸਤੂ ਹੋਵੇ, ਵੀ ਮੈਂ ਉਹਦੇ ਤੋਂ ਖਰੀਦੀ ਹੈ ਤੇ ਤੂੰ ਉਹਦੇ ਤੋਂ ਖਰੀਦ ਕੇ ਲਿਆਇਆ। ਪਰ ਨਹੀਂ, ਇਹ ਧਰਮ, ਇਹ ਨਾਮ ਕੋਈ ਵਸਤੂਆਂ ਨਹੀਂ ਹਨ। ਇਹ ਤਾਂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੇ, ਇਹ ਮੁੱਲ ਨਹੀਂ ਖਰੀਦੀਆਂ ਜਾਂਦੀਆਂ। ਤਾਂ ਗੁਰੂ ਨਾਨਕ ਗੁਰੂ ਬਾਬਾ ਕਹਿੰਦੇ ਅਮੁੱਲ ਗੁਣ ਅਮੁੱਲ ਦਾਤਾਰ, ਕਿ ਉਹ ਅਮੁੱਲ, ਉਹਦੇ ਗੁਣ ਵੀ ਅਮੁੱਲ ਨੇ।
ਉਹਦੇ ਗੁਣਾਂ ਦਾ ਵੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਉਹਨੂੰ ਖਰੀਦਿਆ ਨਹੀਂ ਜਾ ਸਕਦਾ, ਕਿਉਂਕਿ ਉਹ ਅਮੁੱਲ ਹੈ। ਕਿੱਥੋਂ ਖਰੀਦ ਲਵਾਂਗੇ ਉਹਨੂੰ? ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੀਆਂ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਨੀ, ਜਿਹੜੀਆਂ ਉਹਦੇ ਕੋਲ ਬਹਿ ਗਈਆਂ, ਉਹਦੇ ਅੰਦਰ ਸਮਾ ਗਈਆਂ, ਉਹਦੇ ਸ਼ਬਦ ਨੂੰ ਕਮਾਉਣ ਲੱਗ ਗਈਆਂ, ਧਰਮ ਨੂੰ ਕਮਾਉਣ ਲੱਗ ਗਈਆਂ, ਸਾਹਿਬ ਕਹਿੰਦੇ ਉਹਨਾਂ ਦੀ ਵਡਿਆਈ ਜਾਂ ਉਹਨਾਂ ਦੀ ਉਪਮਾ, ਉਹਨਾਂ ਦੀ ਸ਼ੋਭਾ ਜਿਹੜੀ ਉਹ ਕਿੱਥੋਂ ਕੋਈ ਗਿਣ ਦਵੇਗਾ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜਿਆ। ਜਿਹੜੀਆਂ ਸਾਧੂ ਸਤਪੁਰਖ ਕਮਾਈ ਵਾਲਿਆਂ ਦੇ ਸੰਗ ਵਿੱਚ ਜੁੜ ਗਈਆਂ ਤੇ ਸਹੇਲੜੀਆਂ, ਜਿਨ੍ਹਾਂ ਨੇ ਸਾਧੂਆਂ ਸਤਪੁਰਖਾਂ ਨੂੰ ਆਪਣੀਆਂ ਸਹੇਲੀਆਂ ਬਣਾ ਲਿਆ। ਕਿਉਂਕਿ ਜਿਸ ਤਰ੍ਹਾਂ ਦਾ ਸੰਸਾਰ ਵਿੱਚ ਬੰਦੇ ਦਾ ਫਰੈਂਡ ਸਰਕਲ ਹੋਏਗਾ ਨਾ, ਸੁਭਾਵਕ ਹੈ ਬੰਦੇ ਦੀ ਮਾਨਸਿਕਤਾ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਕੋਈ ਕਿੰਨਾ ਵੀ ਆਪਣੇ ਆਪ ਤੇ ਦਾਅਵਾ ਕਰ ਦਵੇ ਕਿ ਮੈਂ ਕੀ ਹੋ ਗਿਆ ਜੇ ਫਲਾਣੇ ਮਨੁੱਖਾਂ ਦੇ ਨਾਲ ਰਹਿਣਾ, ਉਹ ਮਾੜੇ ਹੋਣਗੇ, ਉਹ ਚੋਰ ਹੋਣਗੇ, ਪਰ ਮੈਂ ਤਾਂ ਆਪਣੇ ਜੀਵਨ ਵਿੱਚ ਚੰਗਾ ਭਲਾ ਰਹਿਣਾ, ਉਹ ਚੋਰਾਂ ਨਾਲ ਰਹਿ ਕੇ ਮੈਂ ਥੋੜੀ ਚੋਰ ਬਣ ਚੱਲਾਂ। ਪਰ ਨਹੀਂ, ਇੱਕ ਸੱਚਾਈ ਹੈ। ਤੁਸੀਂ ਕੋਲੇ ਨੂੰ ਹੱਥ ਵਿੱਚ ਫੜ ਕੇ ਭਾਵੇਂ ਕੁਝ ਵੀ ਨਾ ਕਰੋ, ਹੱਥ 'ਚ ਫੜੋ ਤੇ ਉਹਨੂੰ ਛੱਡ ਦਿਓ, ਤਾਂ ਵੀ ਕੋਲੇ ਨੇ ਤੁਹਾਡੇ ਹੱਥ ਨੂੰ ਕਾਲਾ ਕਰਕੇ ਜਾਣਾ ਹੀ ਜਾਣਾ, ਕਿਉਂਕਿ ਉਹਦਾ ਸੁਭਾਅ ਹੈ। ਜਿਹੜੀ ਕੁਸੰਗਤ ਹੈ, ਤਾਂ ਹੀ ਭਗਤ ਸਾਹਿਬਾਨਾਂ ਨੇ ਵਾਰ-ਵਾਰ ਬਾਣੀ ਅੰਦਰ ਕਿਹਾ ਕਿ ਜਿਹੜੀ ਸਾਕਤ ਪੁਰਖ ਦੀ ਸੰਗਤ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕੇਲੇ ਦਾ ਰੁੱਖ ਜਿਹੜਾ ਉਹ ਬੇਰੀ ਦੇ ਨਾਲ ਉੱਗਿਆ ਹੋਵੇ। ਤੇ ਹੁਣ ਕੇਲੇ ਦਾ ਰੁੱਖ ਕਿੰਨਾ ਵੀ ਕਵੇ ਕਿ ਕੀ ਹੋ ਗਿਆ ਜੇ ਮੈਂ ਬੇਰੀ ਦੇ ਨਾਲ ਉੱਗਿਆ, ਇਹ ਆਪਣੀ ਜਗ੍ਹਾ ਤੇ ਮੈਂ ਆਪਣੀ ਜਗ੍ਹਾ ਤੇ, ਮੇਰਾ ਇਹਦੇ ਨਾਲ ਕੀ ਵਾਹ ਵਾਸਤਾ। ਪਰ ਭਗਤ ਸਾਹਿਬਾਨ ਕਹਿੰਦੇ ਨਹੀਂ, ਉਹ ਝੂਲਾ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਜਦੋਂ ਹਵਾ ਚੱਲੇਗੀ ਉਹ ਕੇਲੇ ਦੇ ਪੱਤੇ ਜਿਹੜੇ ਨੇ, ਉਹ ਝਾੜ, ਉਹ ਰੁੱਖ ਜਿਹੜਾ ਉਹ ਵੀ ਹਿੱਲੇਗਾ, ਇੱਧਰੋਂ ਬੇਰੀ ਵੀ ਹਿੱਲੇਗੀ, ਤੇ ਆਪਸ ਵਿੱਚ ਜਦੋਂ ਟਕਰਾਉਣਗੇ ਤੇ ਉਹਦੇ ਕੰਡਿਆਂ ਦੇ ਨਾਲ ਪੱਤਿਆਂ ਨੇ ਚੀਰੇ ਹੀ ਜਾਣਾ ਹੈ, ਭਾਵੇਂ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ। ਇਸੇ ਤਰ੍ਹਾਂ ਸਾਕਤ ਪੁਰਖ ਜਿਹੜਾ ਹੈ, ਉਹਦੀ ਸੰਗਤ ਕੋਈ ਮਨੁੱਖ ਕਰਕੇ ਕਵੇ ਨਹੀਂ ਮੈਂ ਬਚਿਆ ਰਹਿ ਜਾਵਾਂਗਾ, ਮੈਂ ਧਰਮੀ ਰਹਿ ਜਾਵਾਂਗਾ, ਹਜ਼ੂਰ ਕਹਿੰਦੇ ਐਸਾ ਕਦੀ ਨਹੀਂ ਹੁੰਦਾ। ਸੰਗਤ ਬਹੁਤ ਵੱਡਾ ਅਸਰ ਕਰਦੀ ਹੈ ਸਾਡੇ ਮਨ ਦੇ ਉੱਤੇ। ਤਾਂ ਬਾਣੀ ਦੇ ਅੰਦਰ ਬਾਣੀਕਾਰਾਂ ਨੇ ਵਾਰ-ਵਾਰ ਕਿਹਾ, ਤੂੰ ਗੁਰਮੁਖਾਂ ਦੀ ਸੰਗਤ ਕਰ, ਤੂੰ ਸਾਧੂਆਂ ਦੀ ਸੰਗਤ ਕਰ, ਤੂੰ ਗੁਰੂ ਕੀ ਸੰਗਤ ਕਰ। ਤਾਂ ਸਾਹਿਬ ਕਹਿੰਦੇ ਸੰਗ ਸਾਧ ਸਹੇਲੜੀਆਂ, ਜਿਹੜੀਆਂ ਸਾਧੂ ਸਤਪੁਰਖਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਹੇਲੀਆਂ ਬਣਾਇਆ ਹੋਇਆ ਹੈ, ਤਾਂ ਹਜ਼ੂਰ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ, ਉਹਨਾਂ ਦਾ ਤਨ, ਉਹਨਾਂ ਦਾ ਮਨ ਜਿਹੜਾ ਉਹ ਮੌਲਿਆ ਗਿਆ। ਬਾਣੀ ਦਾ ਇੱਕ ਵਚਨ ਹੈ, ਮੌਲੀ ਧਰਤੀ ਮੌਲਿਆ ਆਕਾਸ, ਘਟ ਘਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅਨੰਤ ਭਾਏ। ਕਿ ਉਸ ਪਰਮੇਸ਼ਰ ਨੇ ਹਰ ਚੀਜ਼ ਨੂੰ ਮੌਲਿਆ ਹੈ। ਇੱਕ ਮੌਲਿਆ ਅਰਥ ਆਪਾਂ ਇੰਜ ਵੀ ਕਰਦੇ ਹੁੰਨੇ ਆ, ਜਿਹਨੂੰ ਖੁੱਲ੍ਹੇ ਜਿਹੇ ਸ਼ਬਦ 'ਚ ਕਹੋ ਕਿ ਕਿਸੇ ਨੇ ਮੋਹ ਲੈਣਾ। ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਤੇ ਸ੍ਰਿਸ਼ਟੀ ਉਹਦੇ ਤੇ ਮੋਹਿਤ ਹੋਈ ਹੈ। ਹਾਂ, ਜਿਹਨੇ ਉਹਦੀ ਪਹਿਚਾਣ ਕਰ ਲਈ ਉਹਦੀ ਬਾਤ ਹੈ। ਤਾਂ ਹਜ਼ੂਰ ਤਾਂ ਕਹਿੰਦੇ ਤਨ ਮਨ ਮੌਲਿਆ, ਭਾਵ ਉਹਦੇ ਰੰਗ ਵਿੱਚ ਰੰਗਿਆ ਗਿਆ ਹੈ। ਇੱਕ ਹੁੰਦਾ ਤਨ ਨੇ ਉਹਦੀ ਰੰਗਤ ਵਿੱਚ ਰੰਗੇ ਜਾਣਾ, ਇੱਕ ਹੈ ਮਨ ਨੇ ਰੰਗੇ ਜਾਣਾ। ਜਦੋਂ ਮਨ ਰੰਗਿਆ ਜਾਏਗਾ ਨਾ, ਤੇ ਇੰਜ ਕਹਿ ਲਓ ਜਿਵੇਂ ਤੁਸੀਂ ਕਿਸੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਪਾਉਣਾ ਸ਼ੁਰੂ ਕਰ ਦਿਓ, ਉਹਦੇ ਪੱਤਿਆਂ ਤੇ ਹਰਿਆਵਲ ਆਪਣੇ ਆਪ ਆਏਗੀ। ਪਰ ਜੇ ਕੋਈ ਅਣਜਾਣ ਮਨੁੱਖ ਕਿਸੇ ਰੁੱਖ ਦੀਆਂ ਟਾਹਣੀਆਂ ਪੱਤਿਆਂ ਤੇ ਪਾਣੀ ਪਾਈ ਜਾਵੇ ਤੇ ਸ਼ਾਇਦ ਮਿੱਟੀ ਘੱਟਾ ਤੇ ਲੈ ਸਕਦਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਸੇ ਰੁੱਖ ਦੇ ਉੱਤੇ ਪਾਣੀ ਛਿੜਕੋਗੇ, ਘਰਾਂ 'ਚ ਬੂਟਿਆਂ ਤੇ ਪਾਣੀ ਛਿੜਕੋ, ਮਿੱਟੀ ਲੈ ਜਾਂਦੀ ਹੈ। ਉਹ ਇੱਕ ਵਾਰ ਉਹਨਾਂ ਦਾ ਸੋਹਣਾ ਸਰੂਪ ਭਾਸਦਾ ਹੈ, ਪਰ ਉਹ ਹਰਿਆਵਲ ਨਹੀਂ ਉਹਨਾਂ ਕੋਲ ਆਏਗੀ। ਇਸੇ ਤਰ੍ਹਾਂ ਸ਼ਾਇਦ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਜਿਹੜੇ ਕਰਮ ਨੇ ਉਹ ਮਨ ਦੇ ਤਲ ਤੇ ਨਹੀਂ ਹੋ ਰਹੇ। ਜੋ ਵੀ ਅਸੀਂ ਕਰਮ ਕਰਦੇ, ਭਾਵੇਂ ਅਸੀਂ ਬਾਣੀ ਪੜ੍ਹ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਸਾਧਨਾ ਕਰ ਰਹੇ ਹਾਂ, ਧਰਮ ਕਮਾ ਰਹੇ ਹਾਂ, ਜੋ ਵੀ ਅਸੀਂ ਧਰਮ ਦੀ ਦੁਨੀਆ 'ਚ ਕਰ ਰਹੇ ਹਾਂ, ਬੜਾ ਕੁਝ ਧਰਮ ਦੀ ਦੁਨੀਆ 'ਚ ਹੋ ਰਿਹਾ ਹੈ। ਇਹ ਤਾਂ ਡਿੱਠੀ ਦੁਨੀਆ ਹਾਲੇ ਬਹੁਤ ਘੱਟ ਹੈ ਗੁਰਮੁਖੋ। ਅਣਡਿੱਠੀ ਦੁਨੀਆ ਨੂੰ ਕਦੀ ਵੇਖੋ ਤੇ ਤੁਹਾਨੂੰ ਪਤਾ ਲੱਗੇਗਾ ਆਹ ਜਿਹੜੇ ਲੋਕ ਕੁਝ ਕਰਦੇ ਨੇ, ਇਸ ਤੋਂ ਬੜੀ ਦੁਨੀਆ ਅਗਾਂਹ ਪਈ ਹੋਈ ਹੈ। ਅਣਡਿੱਠੀ ਦੁਨੀਆ ਨੂੰ ਜਿਨ੍ਹਾਂ ਨੇ ਦੇਖਿਆ ਉਹਨਾਂ ਦੀਆਂ ਬਾਤਾਂ ਬੜੀਆਂ ਅਗਾਂਹ ਦੀਆਂ ਹਨ। ਅਣਡਿੱਠੀ ਦੁਨੀਆ ਦੇ ਅੰਦਰ ਜੇ ਮੈਂ ਜ਼ਿਕਰ ਕਰ ਦੇਵਾਂ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੋਏਗੀ। ਸ਼ਾਇਦ ਇਸ ਧਰਤੀ ਤੇ ਓਨੇ ਦੇਵਤੇ ਡਿੱਠੀ ਦੁਨੀਆ ਵਿੱਚ ਨਹੀਂ ਦਿਸਦੇ ਹੋਣਗੇ ਜਿੰਨੀ ਅਣਡਿੱਠੀ ਦੁਨੀਆ 'ਚ ਦਿਸਦੇ ਨੇ। ਇਹ ਵੀ ਕਹਿਣ 'ਚ ਕੋਈ ਦੋ ਰਾਏ ਨਹੀਂ, ਜਿੰਨੀ ਇਸ ਦੁਨੀਆ ਦੀ ਆਬਾਦੀ ਹੈ, ਅਣਡਿੱਠੀ ਦੁਨੀਆ ਜਿਹੜੀ ਹੈ ਇਸ ਤੋਂ ਵੀ ਕਈ ਗੁਣਾ ਵੱਧ ਹੈ। ਇੰਜ ਕਹਿ ਲਓ, ਜੇ ਕਿਤੇ 10 ਬੰਦੇ ਬੈਠੇ ਦਿਸਦੇ ਨੇ ਨਾ, ਉੱਥੇ 1000 ਬੰਦਾ ਅਣਡਿੱਠਾ ਵੀ ਦਿਸਦਾ ਹੋਏਗਾ। ਪਰ ਇਹ ਹੈ ਜਿਨ੍ਹਾਂ ਦੇ ਕੋਲ ਕੋਈ ਅੱਖ ਹੋਏਗੀ, ਜਿਹੜੇ ਦੇਖ ਸਕਦੇ ਹੋਣਗੇ। ਤਾਂ ਅਣਡਿੱਠੀ ਦੁਨੀਆ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਤਾਂ ਖੈਰ ਹਜ਼ੂਰ ਪਾਤਸ਼ਾਹ ਜੀ ਤਾਂ ਇੱਥੇ ਇਹ ਜ਼ਿਕਰ ਕਰਦੇ, ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸੇ ਲੜੀਆਂ। ਮੈਂ ਜ਼ਿਕਰ ਕਰ ਰਿਹਾ ਸੀ ਉਹਨਾਂ ਦਾ ਤਨ ਤੇ ਮਨ ਜਿਹੜਾ ਉਹ ਮੌਲਿਆ ਗਿਆ। ਤਨ ਜਿਹੜਾ ਹੈ
मैं जिक्र करा ਅਸੀਂ ਮਨ ਦੇ ਤਲ ਤੇ ਕੁਝ ਵੀ ਨਹੀਂ ਕਰਦੇ ਪਏ, ਨਾ ਸਾਡੀ ਅਰਦਾਸ ਸਾਡੇ ਮਨ ਦੇ ਤਲ ਤੇ ਹੈ, ਨਾ ਬਾਣੀ ਪੜ੍ਹਨੀ ਸਾਡੇ ਮਨ ਦੇ ਤਲ ਤੇ। ਇਹਦੇ ਪਿੱਛੇ ਕਈ ਕਾਰਨ ਹਨ। ਅਸੀਂ ਜਦੋਂ ਬਾਣੀ ਪੜ੍ਹਨ ਲੱਗਦੇ ਅਸੀਂ ਕਹਿੰਦੇ ਜੀ ਮਨ ਨਹੀਂ ਟਿਕਦਾ, ਅਸੀਂ ਪੜ੍ਹਨੀ ਛੱਡ ਦਿੰਦੇ ਹਾਂ। ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਕੱਪੜਾ ਬਹੁਤ ਗੰਦਾ ਹੋਵੇ ਤਾਂ ਆਪਾਂ ਕੀ ਕਰਦੇ ਹੁੰਨੇ, ਇਹਨੂੰ ਭਿਉਂ ਕੇ ਰੱਖ ਦਿਓ। ਕਿਉਂ ਭਿਉਂ ਕੇ ਰੱਖ ਦਿਓ, ਹੁਣੇ ਕਿਉਂ ਨਹੀਂ ਧੋਣਾ? ਤੇ ਜਦੋਂ ਕੋਈ ਸਵਾਲ ਕਰੇ ਆਪਾਂ ਅੱਗੋਂ ਜਵਾਬ ਦੇਵਾਂਗੇ ਜਿਹਨੂੰ ਭਿਉਂ ਕੇ ਰੱਖ ਦੇਗਾ ਨਾ ਤੇ ਇਹ ਮੈਲ ਜਿਹੜੀ ਉਗਲ ਜਾਏਗੀ। ਆਪਾਂ ਪੰਜਾਬੀ 'ਚ ਸ਼ਬਦ ਵਰਤਦੇ ਮੈਲ ਉਗਲ ਜਾਏਗੀ। ਉਸ ਤੋਂ ਬਾਅਦ ਜਦੋਂ ਦੁਬਾਰਾ ਇਹਨੂੰ ਧੋਏਗਾ ਨਾ, ਜਦੋਂ ਹਿਲਾਏਗਾ, ਇਹਨੂੰ ਮਲੇਗਾ, ਇਹ ਮਿੰਟ 'ਚ ਹੀ ਸਾਫ਼ ਹੋ ਜਾਣਾ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਜਾਈਏ ਗੁਰਮੁਖੋ, ਭਾਵੇਂ ਮਨ ਨਹੀਂ ਵੀ ਟਿਕਦਾ, ਪੜ੍ਹਨੀ ਨਾ ਛੱਡੋ। ਇਹਦੇ ਨਾਲ ਪਤਾ ਕੀ ਹੋਏਗਾ, ਇੰਜ ਕਹਿ ਲਓ ਸਾਡੇ ਜੀਵਨ ਵਿੱਚ ਮਨ ਤੇ ਚੜੀ ਹੋਈ ਪਾਪਾਂ ਦੀ ਮੈਲ ਜਿਹੜੀ ਉਗਲ ਜਾਏਗੀ ਇੱਕ ਦਿਨ। ਕਿਉਂਕਿ ਪਾਣੀ 'ਚ ਪਿਆ ਰਿਹਾ ਕੱਪੜਾ ਮੈਲ ਨੇ ਉਗਲ ਜਾਣਾ। ਭਾਂਡਾ ਜ਼ਿਆਦਾ ਗੰਦਾ ਹੋਵੇ ਤੇ ਬੀਬੀਆਂ ਕਹਿੰਦੀਆਂ ਨੂੰ ਪਾਣੀ ਦਾ ਭਰ ਕੇ ਰੱਖ ਦੋ। ਤੂੰ ਬਾਣੀ ਪੜ੍ਹੀ ਚੱਲ, ਬਾਣੀ ਪੜ੍ਹੀ ਚੱਲ, ਇੱਕ ਦਿਨ ਐਸਾ ਹੋਏਗਾ ਇਹ ਮਨ ਦੀ ਮੈਲ ਉਗਲ ਜਾਏਗੀ। ਇੱਕ ਹੀ ਝਟਕਾ ਐਸਾ ਲੱਗੇਗਾ ਤੈਨੂੰ, ਇੱਕ ਛਿਨ ਵਿੱਚ ਵੈਰਾਗ ਆ ਜਾਏਗਾ। ਇੱਕ ਝਟਕਾ ਹੀ ਤੇਰੇ ਜੀਵਨ 'ਚ ਐਸਾ ਲੱਗੇਗਾ, ਕੋਈ ਗੁਰੂ ਕਾ ਸ਼ਬਦ ਹੀ ਐਸਾ ਅੰਦਰ ਨੂੰ ਧੂਪ ਆ ਜਾਏਗਾ। ਜੇ ਮਨ ਦੀ ਮੈਲ ਉਗਲੀ ਹੋਏਗੀ, ਬਸ ਇੱਕ ਵਾਰ ਇਹਨੂੰ ਮਲਣ ਦੀ ਲੋੜ ਪਏਗੀ, ਮਨ ਬਿਲਕੁਲ ਸਾਫ਼ ਹੋ ਜਾਏਗਾ। ਫਿਰ ਐਸੀ ਇਕਾਗਰਤਾ ਬਣੇਗੀ ਕਿ ਤੂੰ ਉੱਠਣਾ ਚਾਹੇਗਾ ਪਰ ਤੇਰੇ ਤੋਂ ਉੱਠਿਆ ਨਹੀਂ ਜਾਏਗਾ, ਕਿਉਂਕਿ ਨਾਮ ਵਿੱਚ ਰਸ ਹੀ ਇੰਨਾ ਆ ਜਾਂਦਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਤਨ ਵੀ ਮੌਲਿਆ ਗਿਆ, ਉਹਨਾਂ ਦਾ ਮਨ ਜਿਹੜਾ ਉਹ ਵੀ ਮੌਲਿਆ ਗਿਆ। ਭਾਵ ਪਰਮੇਸ਼ਰ ਦੇ ਅੰਦਰ ਰਚ ਗਏ, ਤਦਾਕਾਰ ਹੋ ਗਏ, ਇਨ ਬਿਨ ਇੱਕ ਸਰੂਪ ਹੋ ਗਏ, ਜਿਹੜੇ ਕਿਸੇ ਕਮਾਈ ਵਾਲੇ ਦੇ ਕੋਲ ਬਹਿ ਗਏ ਨੇ। ਕਿਉਂਕਿ ਕਮਾਈ ਵਾਲੇ ਕੋਲ ਬਹਿਣ ਦਾ ਕਾਰਨ ਪਤਾ ਕੀ ਹੁੰਦਾ, ਉਹਨੇ ਜ਼ਿੰਦਗੀ 'ਚ ਬਹੁਤ ਕੁਝ ਦੇਖਿਆ ਹੁੰਦਾ। ਜਿਵੇਂ ਸੰਸਾਰ ਦੇ ਵਿੱਚ ਆਪਾਂ ਇੱਕ ਸ਼ਬਦ ਕਹਿੰਦੇ, ਬਜ਼ੁਰਗਾਂ ਦੇ ਕੋਲ ਬੈਠਿਆ ਕਰੋ। ਤੇ ਜੇ ਬੱਚਾ ਸਵਾਲ ਕਰੇ ਕਿਉਂ ਬੈਠੀਏ, ਤਾਂ ਆਪਾਂ ਅੱਗੇ ਕੋਈ ਜਵਾਬ ਦਿੰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਬਹੁਤ ਹੈ। ਉਹ ਕਈ ਦੁੱਖਾਂ ਸੁੱਖਾਂ 'ਚੋਂ ਲੰਘੇ ਹੁੰਦੇ ਨੇ, ਉਹਨਾਂ ਨੇ ਕਈ ਵਾਧੇ ਘਾਟੇ ਜਿਹੜੇ ਜ਼ਿੰਦਗੀ 'ਚ ਵੇਖੇ ਹੁੰਦੇ ਨੇ। ਗੁਰਮੁਖੋ, ਜੇ ਆਮ ਦੁਨੀਆ ਦੇ ਵਿੱਚ ਵਾਧੇ ਘਾਟੇ ਨੇ, ਆਮ ਦੁਨੀਆ ਦੇ ਵਿੱਚ ਕਠਿਨਾਈਆਂ ਹਨ, ਆਮ ਦੁਨੀਆ ਦੇ ਵਿੱਚ ਰੁਕਾਵਟਾਂ ਹਨ, ਤਾਂ ਧਰਮ ਦੀ ਦੁਨੀਆ ਦੇ ਅੰਦਰ ਵੀ ਬੜਾ ਕੁਝ ਹੈ। ਹਾਂ, ਇੱਕ ਮੈਂ ਜ਼ਿਕਰ ਕਰਾਂ, ਧਰਮ ਦੀ ਦੁਨੀਆ ਅੰਦਰ ਜਿਹੜੀਆਂ ਰੁਕਾਵਟਾਂ ਨੇ ਉਹ ਸੰਸਾਰ ਵੱਲੋਂ ਨਹੀਂ ਹਨ, ਉਹ ਸਾਡੇ ਮਨ ਵੱਲੋਂ ਹਨ। ਸੰਸਾਰ ਵਿੱਚ ਜਿਹੜੀਆਂ ਰੁਕਾਵਟਾਂ ਨੇ, ਤੁਸੀਂ ਕੋਈ ਕੰਮ ਕਰ ਰਹੇ ਹੋ ਸਕਦਾ ਤੁਹਾਡਾ ਆਪਣਾ ਸਕਾ ਹੀ ਉਹਦੇ ਵਿੱਚ ਰੁਕਾਵਟ ਖੜੀ ਕਰਦਾ, ਹੋ ਸਕਦਾ ਗਵਾਂਢੀ ਰੁਕਾਵਟ ਖੜੀ ਕਰਦਾ, ਹੋ ਸਕਦਾ ਕੋਈ ਬਾਹਰ ਦਾ ਮਨੁੱਖ ਆ ਕੇ ਰੁਕਾਵਟ ਖੜੀ ਕਰਦਾ। ਦੁਨਿਆਵੀ ਤੌਰ ਤੇ ਤੁਸੀਂ ਤਰੱਕੀ ਕਰਨੀ, ਦੁਨੀਆ ਰੁਕਾਵਟਾਂ ਕਰੇਗੀ, ਪਰ ਧਰਮ ਦੀ ਦੁਨੀਆ ਵਿੱਚ ਤੁਸੀਂ ਤਰੱਕੀ ਕਰਨੀ ਹੈ ਤਾਂ ਦੁਨੀਆ ਕੋਈ ਰੁਕਾਵਟ ਨਹੀਂ ਕਰ ਸਕਦੀ। ਬਾਣੀ ਪੜ੍ਹ ਰਹੇ ਹੋ, ਦੁਨੀਆ ਨਹੀਂ ਰੁਕਾਵਟ ਕਰ ਸਕਦੀ, ਮਨ ਰੋਕੇਗਾ, ਮਨ ਦੇ ਫੁਰਨੇ ਰੋਕਣਗੇ। ਤਾਂ ਇੱਥੇ ਮੈਂ ਇਹ ਜ਼ਿਕਰ ਕਰਾਂ, ਧਰਮ ਦੀ ਦੁਨੀਆ ਅੰਦਰ ਜਦੋਂ ਚੱਲਦੇ ਜਾਵਾਂਗੇ, ਇਹ ਸਫ਼ਰ ਦੇ ਵਿੱਚ ਇੱਕ ਅਵਕਟ ਘਾਟੀ ਰਾਮ ਕੀ ਤੇ ਝੜ ਰਹੇ ਹੋ ਕਬੀਰ, ਉਹ ਅਵਕਟ ਘਾਟੀ ਹੈ, ਬਿਖੜਾ ਪੈਂਡਾ ਹੈ, ਪਰ ਕਮਾਈ ਵਾਲੇ ਜਿਹੜੇ ਨੇ ਉਹਨੂੰ ਸਰ ਕਰ ਗਏ ਨੇ। ਤਾਂ ਇੱਥੇ ਤਾਂ ਸਾਹਿਬ ਕਹਿੰਦੇ ਨੇ ਕਿ ਤੂੰ ਉਹਨਾਂ ਦੇ ਕੋਲ ਬਹਿ। ਬਾਣੀ ਅੰਦਰ ਇੱਕ ਬਚਨ ਆਉਂਦਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਕਿ ਬਹੀ ਹੈ ਪੜ੍ਹਿਆ ਪਾਸ, ਜਿਨ੍ਹਾਂ ਨੇ ਆਤਮਿਕ ਤੌਰ ਤੇ ਆਪਣੇ ਆਪ ਨੂੰ ਪੜ੍ਹਿਆ। ਕਿਉਂਕਿ ਉੱਥੇ ਉਹਨਾਂ ਦੀ ਗੱਲ ਨਹੀਂ ਕਿ ਜਿਹੜੇ ਸਾਡੇ ਤਰ੍ਹਾਂ 4 ਕਿਤਾਬਾਂ ਪੜ੍ਹੇ ਨੇ, ਨਹੀਂ, ਇੱਥੇ ਇਹਨਾਂ ਬਾਹਰੀ ਪੜ੍ਹਿਆਂ ਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਬਾਣੀ ਨੇ ਤੇ ਇੱਥੋਂ ਤੱਕ ਬਚਨ ਕਿਹਾ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ, ਕਿ ਜਿਹਨੇ ਪਰਮਗਤੀ ਨੂੰ ਪ੍ਰਾਪਤ ਕਰਨਾ ਹੈ, ਉਹ ਭਾਵੇਂ ਦੁਨਿਆਵੀ ਤੌਰ ਤੇ ਪੜ੍ਹਿਆ ਹੋਵੇ, ਭਾਵੇਂ ਨਾ ਪੜ੍ਹਿਆ ਹੋਵੇ। ਇਹ ਧਰਮ ਦੀ ਦੁਨੀਆ ਅੰਦਰ ਕੋਈ ਵੀ ਜਿਹੜਾ ਹੈ, ਆਮ ਸੰਸਾਰ ਦੇ ਵਿੱਚ ਜੇ ਕਿਸੇ ਨੇ ਐਡਵੋਕੇਟ ਬਣਨਾ, ਕਹਿੰਦੇ ਡਿਗਰੀ ਹੈ, ਪੜ੍ਹਿਆ 4 ਅੱਖਰ। ਜੇ ਕਿਸੇ ਨੇ ਅਫਸਰ ਲੱਗਣਾ, ਕਹਿੰਦੇ ਡਿਗਰੀ ਹੈ, ਪੜ੍ਹਿਆ 4 ਅੱਖਰ, ਤਾਂ ਲੱਗ ਸਕਦਾ, ਨਹੀਂ ਤਾਂ ਨਹੀਂ ਲੱਗ ਸਕਦਾ। ਪਰ ਭਗਤਾਂ ਦੀ ਦੁਨੀਆ 'ਚ ਦੇਖੋ, ਕਦੀ ਕਿਸੇ ਨੇ ਭਗਤ ਕਬੀਰ ਨੂੰ ਪੁੱਛਿਆ ਸੀ ਕਿ ਕਿੱਥੋਂ ਪੜ੍ਹ ਕੇ ਆਇਆ, ਕਿੰਨੇ ਗ੍ਰੰਥ ਪੜ੍ਹੇ ਨੇ? ਕਦੀ ਰਵਿਦਾਸ ਨੂੰ ਪੁੱਛਿਆ, ਇਤਿਹਾਸ ਚਾਹੁੰਦਾ ਕਿਤੇ ਵੀ ਉਹਨੇ ਇੰਨੇ ਗ੍ਰੰਥ ਪੜ੍ਹੇ ਹੋਣ? ਨਹੀਂ, ਇੱਥੇ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਤਾਂ ਮੈਂ ਜ਼ਿਕਰ ਕਰਾਂ, ਜਿਹੜੇ ਇਸ ਮਾਰਗ ਤੇ ਚੱਲਦੇ ਨੇ ਨਾ, ਉਹ ਫਿਰ ਮਨ ਦੇ ਤੌਰ ਤੇ ਕਿੰਨੇ ਦੁੱਖਾਂ 'ਚੋਂ ਗੁਜ਼ਰਦੇ ਨੇ, ਕਿੰਨੀਆਂ ਅਵਕਟ ਘਾਟੀਆਂ 'ਚੋਂ ਲੰਘਦੇ ਨੇ, ਕਿੰਨੀਆਂ ਔਕੜਾਂ 'ਚੋਂ ਲੰਘਦੇ ਨੇ। ਉਹਨਾਂ ਕੋਲ ਬੜਾ ਵੱਡਾ ਤਜਰਬਾ ਹੁੰਦਾ ਹੈ। ਜਦੋਂ ਫਿਰ ਉਹਨਾਂ ਦੇ ਕੋਲ ਬੈਠਾਂਗੇ, ਆਪਣੇ ਦੁੱਖ ਸ਼ੇਅਰ ਕਰਾਂਗੇ ਕਿ ਮੇਰਾ ਮਨ ਨਹੀਂ ਟਿਕਦਾ, ਉਹਨਾਂ ਦਾ ਕਿਹੜਾ ਪਹਿਲੇ ਦਿਨ ਟਿਕ ਗਿਆ ਹੋਣਾ, ਪਰ ਅੱਜ ਉਹਨਾਂ ਦਾ ਟਿਕਿਆ ਹੈ। ਜਦੋਂ ਉਹਨਾਂ ਕੋਲ ਬੈਠੇ ਹੋਵਾਂਗੇ, ਆਪਣਾ ਦੁੱਖ ਦੱਸਾਂਗੇ, ਉਹ ਫਿਰ ਕੋਈ ਹੱਲ ਕੱਢਣਗੇ ਵੀ ਸਾਡਾ ਵੀ ਨਹੀਂ ਸੀ ਟਿਕਦਾ, ਪਰ ਅਸੀਂ ਇੰਜ ਕੀਤਾ ਹੈ, ਸਾਡਾ ਟਿਕ ਗਿਆ। ਇਸ ਕਰਕੇ ਤੂੰ ਉਹਨਾਂ ਕੋਲ ਬੈਠਿਆ ਕਰ। ਉਹਨਾਂ ਕੋਲ ਇਸ ਮਨ ਨੂੰ ਟਿਕਾਉਣ ਦੇ ਬੜੇ ਬੜੇ ਵੱਡੇ ਤਜਰਬੇ ਹੁੰਦੇ ਹਨ। ਤਾਂ ਸਾਹਿਬ ਕਹਿੰਦੇ ਨੇ, ਸੰਗ ਸਾਧ ਸਹੇਲੜੀਆਂ, ਜਿਹੜੀਆਂ ਸਾਧੂ ਸਤਪੁਰਖਾਂ ਨਾਲ ਬਹਿ ਗਈਆਂ, ਉਹਨਾਂ ਦਾ ਤਨ ਤੇ ਮਨ ਜਿਹੜਾ ਸੋ ਮੌਲਿਆ ਗਿਆ ਹੈ। ਸਾਧ ਜਨਾ ਤੇ ਬਾਹਰੀ
ਸੇ ਰਹਿਨ ਏਕ ਲੜਿਆ। ਤੇ ਜਿਹੜੀਆਂ ਸਤ ਸੰਗਤ ਤੋਂ ਬਾਹਰੀ ਹੋ ਕਰਕੇ ਤੁਰੀਆਂ ਫਿਰਦੀਆਂ ਨੇ, ਸਾਹਿਬ ਕਹਿੰਦੇ ਸੇ ਰਹਿਨ ਇਕੱਲੜੀਆਂ, ਉਹ ਇਕੱਲੀਆਂ ਹੀ ਤੁਰੀਆਂ ਫਿਰਦੀਆਂ ਨੇ। ਮਹਾਰਾਜ ਉਹਨਾਂ ਦੇ ਨਾਲ ਤੇ ਦੁਨੀਆ ਹੀ ਬੜੀ ਤੁਰੀ ਫਿਰਦੀ ਹੈ। ਉਹ ਤੇ ਬੜੇ ਬੜੇ ਪੂਰ ਜਥੇ ਲੈ ਕੇ, ਕਿੱਡੇ ਕਿੱਡੇ ਗਰੁੱਪ ਲੈ ਕੇ ਆਪਣੇ ਨਾਲ ਤੁਰਦੇ ਨੇ। ਸਾਹਿਬ ਕਹਿੰਦੇ ਦੁਨਿਆਵੀ ਤੌਰ ਤੇ ਇਹ ਭੀੜ ਉਹਨਾਂ ਦੇ ਨਾਲ ਹੋ ਸਕਦੀ ਹੈ, ਪਰ ਆਤਮਿਕ ਤੌਰ ਤੇ ਉਹਨਾਂ ਨੂੰ ਪੁੱਛ ਕੇ ਵੇਖੋ, ਜਿੰਨੇ ਉਹ ਦੁਖੀ ਹੋਣਗੇ ਆਤਮਿਕ ਤੌਰ ਤੇ ਮਨ ਦੇ ਤਲ ਤੇ ਉਹ ਕਹਿਣਗੇ ਬਾਹਰੋਂ ਬੜੇ ਲੋਕ ਸਾਡੇ ਨਾਲ ਨੇ, ਅੰਦਰੋਂ ਕੋਈ ਨਹੀਂ ਨਾਲ ਤੁਰਦਾ ਪਿਆ। ਇਸ ਕਰਕੇ ਸਾਹਿਬ ਕਹਿੰਦੇ ਰਹਿਣ ਇਕੱਲੜੀਆਂ, ਉਹ ਇਕੱਲੀਆਂ ਹੀ ਹਨ। ਉਹਨਾਂ ਦੇ ਨਾਲ ਧਰਮ ਦੀ ਦੁਨੀਆ ਵਿੱਚ ਕੁਝ ਵੀ ਨਹੀਂ। ਇੱਥੇ ਕੀ ਉਹਨਾਂ ਦੇ ਨਾਲ ਨਹੀਂ, ਨਾ ਉਹਨਾਂ ਕੋਲ ਜਤ ਰਹਿ ਗਿਆ, ਨਾ ਸਤ ਉਹਨਾਂ ਦੇ ਕੋਲ ਰਹਿ ਗਿਆ, ਨਾ ਧਰਮ ਉਹਨਾਂ ਦੇ ਕੋਲ ਰਹਿ ਗਿਆ, ਨਾ ਇਮਾਨਦਾਰੀ ਉਹਨਾਂ ਕੋਲ ਰਹਿ ਗਈ, ਨਾ ਸੱਚ ਉਹਨਾਂ ਦੇ ਪੱਲੇ ਵਿੱਚ ਰਹਿ ਗਿਆ। ਭਾਵੇਂ ਸਾਰਾ ਕੁਝ ਉਹਨਾਂ ਤੋਂ ਖੁੱਸ ਗਿਆ। ਇਹ ਸਾਰਾ ਕੁਝ ਸਾਡੀ ਇੱਕ ਸੰਪਤੀ ਹੈ, ਸਾਡੇ ਨਾਲ ਚੱਲਦੇ ਨੇ। ਤੁਸੀਂ ਇੱਥੇ ਆਏ ਹੋ ਤੇ ਜਿਨ੍ਹਾਂ ਦੇ ਕੋਲ ਸੱਚ ਹੈ ਉਹਨਾਂ ਦਾ ਸੱਚ ਵੀ ਤੇ ਨਾਲ ਆਇਆ ਨਾ। ਬੰਦਾ ਇੰਝ ਥੋੜ੍ਹੀ ਕਹਿੰਦਾ ਮੈਂ ਫਲਾਣੀ ਥਾਂ ਤੇ ਚੱਲਾਂ, ਮੈਂ ਇਮਾਨਦਾਰੀ ਜਤ ਸਤ ਸਾਰਾ ਕੁਝ ਘਰੇ ਰੱਖ ਕੇ ਚੱਲਾਂ, ਜਾਂ ਮੈਂ ਘਰੋਂ ਚੁੱਕ ਲਿਆਵਾਂ। ਬੰਦਾ ਜਿੱਥੇ ਜਾਏਗਾ ਉਹਦਾ ਹੁਨਰ, ਉਹਦੇ ਗੁਣ ਉਹਦੇ ਨਾਲ ਜਾਣਗੇ। ਜਿਹੜੇ ਧਰਮ ਦੇ ਸ਼ੁਭ ਗੁਣ ਹਨ, ਜਪ ਤਪ ਸੰਜਮ ਧਰਮ ਆਦਿਕ ਸ਼ੁਭ ਗੁਣ ਹਨ। ਤਾਂ ਸਾਹਿਬ ਕਹਿੰਦੇ ਇਸ ਤਰ੍ਹਾਂ ਰਹਿਣ ਇਕੱਲੜੀਆਂ, ਜਿਹੜੀਆਂ ਸਤ ਸੰਗਤ ਤੋਂ ਬਾਹਰ ਹੋ ਜਾਂਦੀਆਂ ਨੇ ਉਹ ਫਿਰ ਇਕੱਲੀਆਂ ਹੀ ਰਹਿੰਦੀਆਂ ਨੇ। ਧਰਮ ਦੀ ਦੁਨੀਆ ਵਿੱਚ ਇਕੱਲੀਆਂ ਹੋ ਜਾਂਦੀਆਂ। ਧਰਮੀ ਮਨੁੱਖ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਸ਼ੁਭ ਗੁਣ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ। ਤਿਨ ਦੁਖ ਨ ਕਵਹੁ ਉਤਰੈ, ਸੇ ਜਮ ਕੈ ਬਸ ਪੜਿਆ। ਤੇ ਉਹਨਾਂ ਦੇ ਜ਼ਿੰਦਗੀ ਦੇ ਦੁੱਖ ਜਿਹੜੇ ਨੇ ਉਹ ਕਦੀ ਲੈਂਦੇ ਹੀ ਨਹੀਂ ਹਨ। ਜਿੰਨਾ ਚਿਰ ਇਹ ਜੀਵਨ ਬਤੀਤ ਹੁੰਦਾ ਹੈ ਤਾਂ ਸਾਹਿਬ ਜੀ ਮੋਹਰ ਲਾਉਂਦੇ ਪਏ ਨੇ, ਤਿੰਨ ਦੁੱਖ ਨਾ ਕਬਹੂ ਉਤਰੈ। ਉਹਨਾਂ ਦਾ ਦੁੱਖ ਉਤਰਦਾ ਹੀ ਨਹੀਂ ਹੈ। ਭਾਵੇਂ ਇਹ ਸਾਰਾ ਜੀਵਨ ਲੰਘ ਜਾਂਦਾ ਹੈ, ਉਸ ਤੋਂ ਬਾਅਦ ਜਨਮ ਮਰਨ ਵੱਡਾ ਵੇ ਛੋੜਾ, ਇਹ ਫਿਰ ਉਸ ਤੋਂ ਬਾਅਦ ਦੁੱਖ ਆਪਰਤਾ ਪ੍ਰਾਪਤ ਹੁੰਦਾ ਹੈ, ਆ ਜਨਮ ਬਤੀਤ ਹੁੰਦਾ ਹੈ, ਫਿਰ ਮਿਲ ਜਾਂਦਾ ਹੈ, ਕਦੀ ਜੂਨਾਂ ਮਿਲਦੀਆਂ ਨੇ, ਵਾਰ-ਵਾਰ ਜੰਮਣਾ ਵਾਰ-ਵਾਰ ਮਰਨਾ। ਇਹ ਦੁੱਖ ਨਾ ਕਬਹੂ ਉਤਰੈ, ਇਹ ਦੁੱਖ ਕਦੀ ਉਹਨਾਂ ਦਾ ਲੈਂਦਾ ਹੀ ਨਹੀਂ ਹੈ। ਹਾਂ, ਇਹ ਗੱਲ ਹੈ ਮਨੁੱਖੀ ਮਨ ਜਿਹੜਾ ਇੰਨਾ ਕੁ ਬਾਗੀ ਹੋ ਗਿਆ ਨਾ, ਇਹ ਤਾਂ ਮੈਂ ਸ਼ਬਦ ਕਹਾਂ ਜਿੰਨਾ ਚਿਰ ਬੀਤਦੀ ਨਹੀਂ ਉਹਨਾਂ ਚਿਰ ਪਤਾ ਨਹੀਂ ਚੱਲੇਗਾ। ਆਮ ਮਨੁੱਖ ਕਹਿ ਦਿੰਦਾ ਕਿ ਕੋਈ ਗੱਲ ਨਹੀਂ, ਅੱਗੇ ਜੋ ਹੋਊਗੀ ਵੇਖੀ ਜਾਏਗੀ। ਉਹ ਜਦੋਂ ਹੋਊਗੀ ਨਾ ਉਦੋਂ ਵੇਖੀ ਜਾਊਗੀ, ਤੇਰੇ ਤੋਂ ਵੇਖੀ ਵੀ ਨਹੀਂ ਜਾਣੀਗੀ। ਤੂੰ ਹੋਣ ਦੀਆਂ ਗੱਲਾਂ ਛੱਡ। ਇਸ ਕਰਕੇ ਧਰਮ ਦੀ ਦੁਨੀਆ ਹੈ, ਇਹਦੇ 'ਚ ਜੋ ਕਿਹਾ ਜਾ ਰਿਹਾ ਉਹਨੂੰ ਕਮਾ। ਤੂੰ ਆਮ ਮਨੁੱਖ ਦੀ ਗੱਲ ਛੱਡਿਆ ਕਰ। ਮੈਂ ਅੱਜ ਇੱਕ ਗੱਲ ਸੋਚਦਾ ਸੀ, ਕਮਾਲ ਹੋ ਗਈ ਸਾਡੇ ਵਾਲੀ। ਸਾਡੀ ਸੋਚ ਕਿੱਥੇ ਜਾ ਕੇ ਡਿੱਗੀ ਹੈ। ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਅਸੀਂ ਮੰਨਿਆ ਨਾ, ਤੇ ਜੋ ਮੇਰੇ ਵਰਗੇ ਮੂਰਖ ਨੇ ਕਹਿ ਦਿੱਤਾ ਉਹਨੂੰ ਸਾਰੀ ਦੁਨੀਆ ਨੇ ਪ੍ਰਵਾਨ ਕਰ ਲਿਆ। ਗੁਰੂ ਨੇ ਕਿਹਾ ਕਿ ਜਮ ਹੈ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਬਾਣੀ ਨੇ ਬੜੀ ਵਾਰ ਇਹਨਾਂ ਜਮਾਂ ਦੀ ਗੱਲ ਕੀਤੀ। ਆਏ ਕਠਿਨ ਦੂਤ ਜਮ ਲੈਣਾ, ਉਹ ਆਉਣਗੇ ਤੈਨੂੰ ਕੇਸਾਂ ਤੋਂ ਫੜਨਗੇ ਲੈ ਜਾਣਗੇ। ਗੁਰੂ ਸਾਹਿਬ ਨੇ, ਭਗਤ ਸਾਹਿਬਾਨਾਂ ਨੇ ਜੋ ਕਿਹਾ ਉਹ ਨਹੀਂ ਅਸੀਂ ਮੰਨਿਆ, ਤੇ ਮੇਰੇ ਵਰਗੇ ਨੇ ਉੱਠ ਕੇ ਕਹਿ ਦਿੱਤਾ ਨਾ ਜੀ ਜਮ ਤਾਂ ਹੁੰਦੇ ਹੀ ਨਹੀਂ, ਉਹ ਅਸੀਂ ਸਾਰਿਆਂ ਨੇ ਮੰਨ ਲਿਆ। ਅਸੀਂ ਇਹ ਕਿਵੇਂ ਸੋਚਾਂਗੇ? ਕਦੀ ਬਹਿ ਕੇ ਧਿਆਨ ਨਾਲ ਸੋਚੋ ਵੀ ਸਾਡੀ ਸੋਚ ਕਿੱਥੇ ਖੜੀ। ਅਸੀਂ ਇੱਕ ਆਮ ਮਨੁੱਖ ਨੂੰ ਉੱਚਾ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੂੰ ਅਸੀਂ ਨੀਵਾਂ ਦਿਖਾ ਦਿੱਤਾ। ਨਹੀਂ, ਤੁਹਾਡੇ ਸ਼ਬਦ ਨਹੀਂ ਸਾਨੂੰ ਪ੍ਰਵਾਨ, ਇਹਨੇ ਜੋ ਕਹਿਤਾ ਸਾਨੂੰ ਪ੍ਰਵਾਨ ਹੈ। ਪਰ ਬਾਣੀ ਵਾਰ-ਵਾਰ ਕਹਿ ਰਹੀ ਹੈ ਤੈਨੂੰ ਉਹ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਤੈਨੂੰ ਚੋਟਾਂ ਮਿਲਣੀਆਂ ਨੇ, ਤੈਨੂੰ ਉਹਨਾਂ ਨੇ ਆਉਣਾ ਹੈ, ਤੈਨੂੰ ਧੂ ਕੇ ਲੈ ਕੇ ਜਾਣਾ ਹੈ, ਉਹਨਾਂ ਨੇ ਸਾਰਿਆਂ ਦੇ ਵਿੱਚੋਂ ਖਿੱਚ ਕੇ ਲੈ ਕੇ ਜਾਣਾ ਹੈ। ਉੱਥੇ ਜਾਂ ਜਮ ਆਏ ਪਕੜ ਚਲਾਏ, ਉਹ ਜਦੋਂ ਆਉਣਗੇ ਤੈਨੂੰ ਪਕੜ ਲੈਣਗੇ। ਫਿਰ ਸਾਹਿਬ ਬਾਣੀ ਅੰਦਰ ਇੱਕ ਇਹ ਵੀ ਬਚਨ ਕਹਿੰਦੇ ਨੇ ਕਿ ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਕਿਸੇ ਨੂੰ ਭੇਤ ਹੀ ਨਹੀਂ ਮਿਲਦਾ, ਚਾਰ ਬੰਦਿਆਂ 'ਚ ਬੈਠਾ ਕਿਹੜੇ ਵੇਲੇ ਉਹ ਖਿੱਚ ਕੇ ਲੈ ਗਏ, ਗੱਲਾਂ ਕਰਦਾ ਕਰਦਾ ਢੇਰੀ ਹੋ ਗਿਆ, ਪਤਾ ਹੀ ਨਹੀਂ ਲੱਗਾ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਕੌਣ ਕਹਿੰਦਾ ਨਹੀਂ ਹੁੰਦੇ ਕਿ ਸਾਹਿਬ ਕਹਿ ਰਹੇ ਨੇ ਬਾਣੀ ਅੰਦਰ ਵਾਰ-ਵਾਰ। ਤਾਂ ਗਰੀਬ ਨਵਾਜ ਪਾਤਸ਼ਾਹ ਤੇ ਫਿਰ ਸਾਨੂੰ ਸਮਝਾ ਕੇ ਕਹਿੰਦੇ ਨੇ ਸੇ ਰਹਿਣ ਇਕੱਲੜੀਆਂ, ਤਿੰਨ ਦੁੱਖ ਨਾ ਕਬਹੂ ਉਤਰੈ। ਉਹਨਾਂ ਦਾ ਇਹ ਮੌਤ ਦਾ, ਇਹ ਜੰਮਣ ਮਰਨ ਦਾ ਦੁੱਖ ਜਿਹੜਾ ਕਦੀ ਨਹੀਂ ਦੂਰ ਹੁੰਦਾ। ਕੌਣ? ਸੇ ਜੰਮ ਕੇ ਵਸ ਪੜੀਆਂ। ਸਾਹਿਬ ਕਹਿੰਦੇ ਉਹ ਜਮਾਂ ਦੇ ਵਸ ਪੈਂਦੀਆਂ ਹਨ ਜਿਹੜੀਆਂ ਸਤ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ। ਜਿਨੇ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜਿਆ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਰਾਵਿਆ ਹੈ, ਮਾਣਿਆ ਹੈ, ਤਨ ਕਰਕੇ ਮਨ ਕਰਕੇ, ਜਿਨ੍ਹਾਂ ਨੇ ਉਹਦੀ ਹਜ਼ੂਰੀ ਨੂੰ, ਉਹਦੀ ਗੋਦ ਨੂੰ ਮਾਣ ਲਿਆ ਹੈ, ਉਹਦੇ ਸ਼ਬਦ ਦੇ ਨਿੱਘ ਨੂੰ ਮਾਣ ਲਿਆ। ਸੇ ਦਿਸਨ ਨਿਤ ਖੜੀਆਂ। ਸਾਹਿਬ ਕਹਿੰਦੇ ਉਹ ਰੋਜ਼ ਹੀ ਉਹਦੀ ਹਜ਼ੂਰੀ 'ਚ ਖੜੀਆਂ ਦਿਸਦੀਆਂ ਨੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਅਣਡਿੱਠੀ ਦੁਨੀਆ ਕਦੀ ਦੇਖੋ
ਤੇ ਤੁਹਾਨੂੰ ਪਤਾ ਲੱਗੇਗਾ ਅਸੀਂ ਤੇ ਸਾਰੇ 50-60 ਬੈਠੇ ਹਾਂ, ਇੱਥੇ ਅਣਡਿੱਠੀ ਦੁਨੀਆ ਦੀ ਭੀੜ ਲੱਗੀ ਪਈ ਹੈ। ਅਣਡਿੱਠੀ ਦੁਨੀਆ ਕਦੀ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ। ਸ਼ਹੀਦੀ ਰੂਹਾਂ, ਗੁਰੂ ਕੇ ਖਾਲਸੇ, ਜਾਂ ਇੰਝ ਕਹਿ ਲਓ ਅਣਡਿੱਠੀ ਦੁਨੀਆ 'ਚ ਬੜੇ ਆ ਜਾਂਦੇ ਨੇ। ਕਿਹਦਾ ਜ਼ਿਕਰ ਕਰਾਂ? ਤਾਂ ਗਰੀਬ ਨਵਾਜ਼ ਪਾਤਸ਼ਾਹ ਇੱਥੇ ਇਹ ਕਹਿ ਰਿਹਾ ਸੇ ਦਿਸਣ ਨਿੱਤ ਖੜੀਆਂ। ਸਰੀਰਕ ਤੌਰ ਤੇ ਅਸੀਂ ਸਾਰਾ ਸਮਾਂ ਗੁਰੂ ਦੇ ਸਾਹਮਣੇ ਨਹੀਂ ਖੜ ਸਕਦੇ, ਪਰ ਉਹਨਾਂ ਦੀ ਅਵਸਥਾ ਕੈਸੀ ਬਣ ਜਾਂਦੀ, ਉਹ ਤਨ ਕਰਕੇ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਸੇ ਦਿਸਣ ਨਿੱਤ ਖੜੀਆਂ। ਉਹ ਮਾਲਕ ਦੀ ਦਰਗਾਹ ਦੇ ਅੰਦਰ ਵੀ ਸਾਖਿਆਤ ਖੜੀਆਂ ਨੇ, ਉਹ ਸਾਹਿਬ ਦੀ ਹਜ਼ੂਰੀ ਅੰਦਰ ਵੀ ਖੜੀਆਂ ਰਹਿੰਦੀਆਂ। ਉਹ ਤਨ ਕਰਕੇ ਭਾਵੇਂ ਕਿਤੇ ਵੀ ਆਪਣੇ ਗ੍ਰਸਥ ਜੀਵਨ ਨੂੰ ਨਿਭਾਉਂਦੀਆਂ ਹਨ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਐਸੀਆਂ ਜਿਵੇਂ ਇਸਤਰੀਆਂ ਹੋ ਜਾਂਦੀਆਂ ਹਨ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜਿਆ। ਉਹ ਫਿਰ ਇਸ ਬਾਹਰੀ ਸ਼ਿੰਗਾਰ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਕਿਉਂਕਿ ਇਹ ਬਾਹਰੀ ਸ਼ਿੰਗਾਰ ਅਸਲ ਦੇ ਵਿੱਚ ਕੀ ਹੈ? ਜੇ ਬੰਦੇ ਕੋਲ ਅਸਲੀ ਨਹੀਂ ਤਾਂ ਉਹਨੂੰ ਨਕਲੀ ਦਾ ਸਹਾਰਾ ਲੈਣਾ ਪਏਗਾ। ਜਿਵੇਂ ਇੱਕ ਉਦਾਹਰਨ ਦੇ ਤੌਰ ਤੇ ਕਵਾਂ, ਹੁਣ ਇਹ ਫੁੱਲ ਪਏ ਨੇ, ਇੱਥੇ ਅਸਲੀ ਨਹੀਂ ਸਨ, ਨਕਲੀਆਂ ਦਾ ਸਹਾਰਾ ਲੈ ਲਿਆ। ਹੁਣ ਇੱਕ ਗਰੀਬ ਮਨੁੱਖ ਹੁੰਦਾ ਹੈ ਤਾਂ ਉਹਦੇ ਕੋਲ ਅਸਲੀ ਸੋਨਾ ਲੈਣ ਦੀ ਤਾਕਤ ਨਹੀਂ ਹੁੰਦੀ, ਧਨ ਨਹੀਂ ਹੁੰਦਾ। ਉਹ ਕੀ ਕਰਦਾ? ਫਿਰ ਆਰਟੀਫਿਸ਼ੀਅਲ ਗਹਿਰੇ ਪਾ ਲੈਂਦਾ। ਜਿੱਥੇ ਅਸਲੀ ਨਹੀਂ ਪ੍ਰਾਪਤ ਹੁੰਦਾ, ਬੰਦਾ ਫਿਰ ਨਕਲੀ ਦਾ ਸਹਾਰਾ ਲੈਂਦਾ ਕਿ ਨਹੀਂ ਆ ਮਹਿੰਗਾ ਕੱਪੜਾ ਮੈਂ ਨਹੀਂ ਖਰੀਦ ਸਕਦਾ, ਪਰ ਇਹਦੀ ਹੀ ਕਾਪੀ ਹੈਗੀ ਹੈ, ਮੈਂ ਉਹ ਪਾ ਕੇ ਸਮਾਂ ਕੱਢ ਲਵਾਂਗਾ। ਆ ਮਹਿੰਗੀ ਚੀਜ਼ ਮੈਂ ਨਹੀਂ ਵਰਤ ਸਕਦਾ, ਪਰ ਇਹਦੇ ਨਾਲ ਦੀ ਨਕਲੀ ਚੀਜ਼ ਹੈ, ਬਹੁਤਾ ਪਤਾ ਨਹੀਂ ਲੱਗਦਾ, ਇਹ ਅਸਲੀ ਦਾ ਭੁਲੇਖਾ ਹੀ ਪਾਉਂਦੀ, ਇਸ ਕਰਕੇ ਮੈਂ ਇਹਦੇ ਨਾਲ ਸਾਰ ਲਵਾਂਗਾ। ਭਾਵ ਕੀ ਹੈ? ਜਦੋਂ ਅਸੀਂ ਅਸਲੀਅਤ ਤੱਕ ਨਹੀਂ ਪਹੁੰਚਦੇ, ਅਸੀਂ ਨਕਲੀ ਦਾ ਸਹਾਰਾ ਜਿਹੜਾ ਉਹ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਲੈਂਦੇ ਹਾਂ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਤਿਨੀ ਰਾਵਿਆ ਪ੍ਰਭ ਆਪਣਾ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਹੁਣ ਇੱਥੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਰੂਪੀ ਰਤਨ, ਜਾਂ ਇੰਜ ਕਹਿ ਲਓ ਵੈਰਾਗ ਰੂਪੀ ਰਤਨ, ਉਹਦੇ ਨਾਮ ਦੇ ਹੀਰੇ ਪੰਨੇ ਪੁਖਰਾਜ, ਇਹ ਅਸਲੀ ਹਨ। ਪਰ ਜਦੋਂ ਅਸਲੀ ਸਾਡੇ ਤੱਕ ਨਹੀਂ ਪਹੁੰਚਦੇ ਜਾਂ ਅਸੀਂ ਉਹਨਾਂ ਤੱਕ ਨਹੀਂ ਪਹੁੰਚਦੇ, ਫਿਰ ਅਸੀਂ ਆਪਣੀ ਸ਼ੋਭਾ ਨੂੰ ਵਧਾਉਣ ਵਾਸਤੇ ਨਕਲੀਆਂ ਦਾ ਸਹਾਰਾ ਲੈਂਦੇ ਆ। ਮੈਂ ਤਾਂ ਪਹਿਲਾਂ ਕਿਹਾ ਕਿ ਅਸਲੀ ਸੋਨਾ ਨਾ ਮਿਲੇ ਤੇ ਬੰਦਾ ਆਰਟੀਫਿਸ਼ਲ ਦਾ ਸਹਾਰਾ ਲੈਂਦਾ। ਜਿਸ ਦੇ ਕੋਲ ਨਾਮ ਰੂਪੀ ਹੀਰਾ ਨਾ ਹੋਵੇ, ਉਹ ਫਿਰ ਬਾਹਰੀ ਹੀਰਿਆਂ ਦੇ ਨਾਲ ਸਾਰੇਗਾ। ਜਿਸ ਦੇ ਕੋਲ ਨਾਮ ਰੂਪੀ ਹੀਰਾ ਆ ਗਿਆ, ਉਹਦੇ ਫਿਰ ਚਿਹਰੇ ਦੀ ਚਮਕ ਜਿਹੜੀ ਹੈ, ਉਹਦੇ ਚਿਹਰੇ ਦਾ ਨੂਰ ਜਿਹੜਾ ਹੈ, ਉਹ ਆਪਣੇ ਆਪ ਝਲਕੇਗਾ। ਉਹਨੂੰ ਫਿਰ ਬਾਹਰੀ ਗਹਿਣਿਆਂ ਦੀ, ਉਹਨੂੰ ਕਿਸੇ ਸੁਹੱਪਣ ਦੀ, ਉਹਨੂੰ ਕਿਸੇ ਹਾਰ ਸ਼ਿੰਗਾਰ ਦੀ ਲੋੜ ਨਹੀਂ ਪਏਗੀ। ਕਿਉਂ? ਕਿਉਂਕਿ ਉਹਦੇ ਕੋਲ ਨਾਮ ਰੂਪੀ ਹੀਰਾ ਆ ਗਿਆ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਉਹਨਾਂ ਨੇ ਆਪਣੇ ਇਸ ਕੰਠ ਦੇ ਅੰਦਰ ਜਦੋਂ ਨਾਮ ਨੂੰ ਜਪ ਲਿਆ, ਨਾਮ ਨੂੰ ਧਿਆ ਲਿਆ, ਇਹ ਹੀਰੇ ਪੰਨੇ ਪੁਖਰਾਜ ਸਭ ਫਿੱਕੇ ਪੈ ਗਏ। ਉਹਦੇ ਨਾਮ ਦਾ ਹੀਰਾ, ਉਹ ਸੰਸਾਰ ਦੇ ਅੰਦਰ ਵੈਰਾਗ ਰੂਪੀ ਲਾਲ, ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਕੰਠ ਵਿੱਚ ਧਾਰਨ ਕਰ ਲਿਆ ਹੈ। ਨਾਨਕ ਵਾਛਾ ਤੂੜ ਤਿਨਾ ਪ੍ਰਭ ਸਰਨੇ ਦਰ ਪੜਿਆ। ਫਿਰ ਸਾਹਿਬ ਕਹਿੰਦੇ ਅਸੀਂ ਉਹਨਾਂ ਦੀ ਧੂੜੀ ਲੋਚਦੇ ਹਾਂ। ਮਹਾਰਾਜ ਕਿੰਨਾ ਦੀ? ਸਾਹਿਬ ਕਹਿੰਦੇ ਪ੍ਰਭ ਸਰਣੀ ਦਰ ਪੜੀਆ, ਜਿਹੜੀਆਂ ਮਾਲਕ ਦੀ ਸ਼ਰਨ ਪਈਆਂ ਨੇ ਤੇ ਉਹਦੇ ਦਰ ਤੇ ਡਿੱਗ ਪਈਆਂ ਨੇ। ਗੁਰਮੁਖੋ, ਇੱਕ ਐਸਾ ਦਰ ਹੈ, ਦੁਨੀਆ ਦੇ ਕਿਸੇ ਵੀ ਦਰਵਾਜ਼ੇ ਤੇ ਪਹਿਲੀ ਗੱਲ ਤਾਂ ਬਹਿਣ ਦੀ ਲੋੜ ਹੀ ਨਹੀਂ ਹੈ, ਪਰ ਸਾਡਾ ਇੱਕ ਸੁਭਾਅ ਹੈ, ਅਸੀਂ ਟਲਦੇ ਨਹੀਂ ਹਾਂ। ਕਿਵੇਂ? ਕਿਉਂਕਿ ਇੱਕ ਕਹਾਵਤ ਹੈ ਨਾ, ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ। ਸਾਨੂੰ ਜਿੰਨਾ ਚਿਰ ਕਿਤੋਂ ਠੋਕਰਾਂ ਪੈ ਨਾ ਜਾਣ, ਧੱਕੇ ਪੈ ਨਾ ਜਾਣ, ਅਸੀਂ ਉਹਨਾਂ ਚਿਰ ਮੁੜਦੇ ਨਹੀਂ ਹੈ, ਸਾਡੀ ਆਦਤ ਬਣ ਚੁੱਕੀ ਹੈ। ਪਰ ਇਸ ਦਰ ਦੇ ਪ੍ਰਥਾਏ ਭਗਤ ਕਬੀਰ ਜੀ ਕਹਿੰਦੇ, ਕਬੀਰ ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹੜਾ ਇਸ ਤਰ੍ਹਾਂ ਦਾ ਦਰ, ਉਹ ਕਿਵੇਂ ਛੱਡ ਦੇਵਾਂ ਮੈਂ? ਗੱਲ ਇਹ ਹੈ, ਜਦੋਂ ਕਿਸੇ ਚੀਜ਼ ਦੀ ਵੈਲਿਊ ਪਤਾ ਲੱਗ ਜਾਏਗੀ ਨਾ, ਉਦੋਂ ਨਹੀਂ ਅਸੀਂ ਛੱਡਾਂਗੇ। ਜੇ ਸਾਡੇ ਹੱਥ 'ਚ ਹੀਰਾ ਹੀ ਹੈ, ਸਾਨੂੰ ਨਹੀਂ ਉਹਦਾ ਪਤਾ, ਤੇ ਅਸੀਂ ਕਵਾਂਗੇ ਲੈ ਭਰਾਵਾ ਤੂੰ ਲੈ ਜਾ। ਤੇ ਜਦੋਂ ਕਿਸੇ ਨੇ ਦੱਸਤਾ ਇਹ ਤੇ ਲੱਖਾਂ ਦਾ, ਤੇ ਫਿਰ ਭਾਵੇਂ ਸਕਾ ਭਰਾ ਹੱਥ 'ਚੋਂ ਖੋਹਦਾ ਹੋਵੇ, ਆਪਾਂ ਕਵਾਂਗੇ ਨਹੀਂ ਇਹ ਨਹੀਂ ਛੱਡਣਾ ਮੈਂ। ਜਦੋਂ ਇਸ ਦਰਵਾਜ਼ੇ ਦੀ ਕੀਮਤ ਵੈਲਿਊ ਪਤਾ ਲੱਗ ਗਈ, ਫਿਰ ਨਹੀਂ ਛੱਡਾਂਗੇ ਇਸ ਦਰਵਾਜ਼ੇ ਨੂੰ। ਹਾਲੇ ਸਾਨੂੰ ਇਹਦੀ ਕਦਰ ਨਹੀਂ ਪਤਾ, ਸਾਨੂੰ ਲੱਗਦਾ ਵੀ ਇਹ ਆਮ ਹੀ ਹੈ, ਬਸ ਇੱਥੇ ਆ ਕੇ ਦੁਨੀਆ ਮੱਥਾ ਟੇਕਦੀ, ਅਸੀਂ ਵੀ ਟੇਕ ਜਾਂਦੇ ਹਾਂ, ਤੇ ਕੀ ਫਰਕ ਪੈਂਦਾ, ਸਿਰ ਇੱਥੇ ਰਗੜ ਦੋ, ਸਿਰ ਦੂਜੀ ਥਾਂ ਤੇ ਰਗੜ ਦੋ। ਜਿਸ ਦਿਨ ਇਹਦੀ ਵੈਲਿਊ ਪਤਾ ਲੱਗ ਜਾਏਗੀ, ਉਸ ਦਿਨ ਅਸੀਂ ਕਵਾਂਗੇ ਕਿ ਨਹੀਂ, ਮੈਂ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਨਹੀਂ ਜਾ ਸਕਦਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੀਆਂ ਮਾਲਕ ਦੇ ਦਰ ਖੜੀਆਂ ਰਹਿੰਦੀਆਂ ਨੇ, ਅਸੀਂ ਉਹਨਾਂ ਦੀ ਧੂੜ ਲੋਚਦੇ ਹਾਂ। ਤਾਂ ਰੋਜ਼ ਸਿੱਖ ਅਰਦਾਸ 'ਚ ਕਹਿੰਦਾ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹ ਪਿਆਰੇ ਮਿਲਾ ਸਾਨੂੰ। ਰੋਜ਼ਾਨਾ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਇਹੀ ਅਸੀਂ ਬਚਨ ਕਰਦੇ ਹਾਂ
ਕਿ ਇਹ ਅਕਾਲ ਪੁਰਖ ਪਰਮੇਸ਼ਰ ਤੇਰੇ ਚਰਨਾਂ 'ਚ ਇਹ ਅਰਦਾਸ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਹਾਂ ਤਾਂ ਸ਼ਲੋਕ ਕਿੱਥੇ ਜਾ ਕੇ ਕਰਦੇ? ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਧਿਆਇਆ, ਮੁਖ ਉਜਲੇ ਲੈ ਕੇ ਗਏ ਨੇ, ਅਸੀਂ ਉਹਨਾਂ ਦੀ ਧੂੜ ਲੋਚਦੇ ਹਾਂ। ਤਾਂ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਤਾਂ ਹਜੂਰ ਇਹੀ ਕਹਿੰਦੇ ਨੇ, ਅਸੀਂ ਉਹਨਾਂ ਦੀ ਧੂੜੀ ਲੋਚਦੇ ਹਾਂ। ਮਗਰ ਪ੍ਰਭ ਆਰਾਧਨਾ ਬਹੁਰ ਨ ਜਨਮੜਿਆ। ਖੀਰ ਸਾਹਿਬ ਇਸ ਪਾਵਨ ਮਹੀਨੇ 'ਚ ਉਪਦੇਸ਼ ਦੇ ਕੇ ਕਹਿੰਦੇ ਮੰਗਹਿਰ ਪ੍ਰਭ ਆਰਾਧਨਾ। ਐ ਭਾਈ ਇਸ ਸਾਰੇ ਮਹੀਨੇ ਦੇ ਅੰਦਰ ਉਸ ਪ੍ਰਭੂ ਦਾ ਆਰਾਧਨ ਕਰੀ। ਮਹਾਰਾਜ ਕੀ ਹੋਏਗਾ? ਕਿਉਂਕਿ ਸਾਡਾ ਇੱਕ ਸੁਭਾਅ ਸੀ, ਕੁਛ ਵੀ ਕਰਨਾ ਹੋਵੇ ਨਾ, ਬੱਚੇ ਨੂੰ ਵੀ ਕਹਿ ਦੋ ਆਹ ਕਰ ਲਾ, ਉਹ ਅੱਗੋਂ ਕਹੇਗਾ ਇਹਦਾ ਰਿਜ਼ਲਟ ਕੀ ਮਿਲੇਗਾ। ਸਾਡੀ ਆਦਤ ਹੈ ਜਦੋਂ ਵੀ ਗੁਰੂ ਸਾਹਿਬ ਕਹਿੰਦੇ ਨੇ ਆਹ ਕਰ, ਸਾਡਾ ਸਵਾਲ ਖੜਾ ਹੋ ਜਾਂਦਾ, ਮਹਾਰਾਜ ਕਰ ਤਾਂ ਦੇਵਾਂਗੇ, ਸੇਵਾ ਤਾਂ ਕਰ ਲਾਂਗੇ, ਪਰ ਮਿਲੇਗਾ ਕੀ? ਬਾਣੀ ਤਾਂ ਪੜ੍ਹ ਲਾਂਗੇ, ਮਿਲੇਗਾ ਕੀ? ਸਿਮਰਨ ਤਾਂ ਕਰ ਲਾਂਗੇ, ਮਹਾਰਾਜ ਮਿਲੇਗਾ ਕੀ? ਹਜੂਰ ਜਿੱਥੇ ਵੀ ਸਿਮਰਨ ਦੀ, ਬਾਣੀ ਪੜ੍ਹਨ ਦੀ ਗੱਲ ਕਰਦੇ ਨਾਲ ਫਲ ਦੱਸ ਦਿੰਦੇ। ਤਾਂ ਸਾਹਿਬ ਕਹਿੰਦੇ ਮੰਗਹਿਰ ਪ੍ਰਭ ਆਰਾਧਨਾ, ਤੂੰ ਆਰਾਧਨ ਕਰ, ਮਹਾਰਾਜ ਕੀ ਮਿਲੇਗਾ? ਸਾਹਿਬ ਕਹਿੰਦੇ ਬਹੁੜ ਨਾ ਜਨਮੜੀ ਆਹ, ਮੈਂ ਤੇਰੇ ਨਾਲ ਬਚਨ ਕਰਦਾ, ਮੈਂ ਤੇਰੇ ਨਾਲ ਵਾਅਦਾ ਕਰਦਾ, ਤੇਰਾ ਪਰਤ ਕੇ ਜਨਮ ਮਰਨ ਨਹੀਂ ਹੋਏਗਾ। ਤੈਨੂੰ ਵਾਰ-ਵਾਰ ਇਹ ਮਾਤ ਗਰਭ, ਇਹ ਜੂਨਾਂ ਦਾ ਦੁੱਖ ਜਿਹੜਾ ਇਹ ਨਹੀਂ ਭੋਗਣਾ ਪਏਗਾ। ਤੂੰ ਸਿਮਰਨ ਕਰ ਲਾ ਤੇ ਮੈਂ ਤੇਰਾ ਜਨਮ ਮਰਨ ਜਿਹੜਾ ਉਹ ਮਿਟਾ ਦੇਵਾਂਗਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦਾ ਸਿਮਰਨ ਕਰਨ ਨਾਲ ਗਰਭ ਦੇ ਦੁੱਖ ਖਤਮ ਹੋ ਜਾਂਦੇ, ਜਮਾਂ ਦਾ ਦੁੱਖ ਜਿਹੜਾ ਉਹ ਸਾਹਿਬ ਪਾਤਸ਼ਾਹ ਕਹਿੰਦੇ ਖਤਮ ਹੋ ਜਾਂਦਾ। ਇਹ ਸਾਹਿਬ ਨੇ ਅੱਜ ਇਸ ਮੱਘਰ ਦੇ ਮਹੀਨੇ ਦੀ ਪ੍ਰਾਰੰਭਤਾ ਤੇ ਸਾਨੂੰ ਸਭਨਾਂ ਨੂੰ ਉਪਦੇਸ਼ ਬਖਸ਼ਿਆ ਹੈ। ਸੁਣ ਤੇ ਸਾਰਿਆਂ ਨੇ ਲਿਆ, ਗੁਰੂ ਤਰਸ ਕਰੇ ਅਸੀਂ ਕਿਤੇ ਕਮਾ ਵੀ ਜਾਈਏ, ਤੇ ਇਸ ਸ਼ਬਦ ਨੂੰ ਜੀਵਨ ਅੰਦਰ ਢਾਲ ਲੈਣਾ ਕਰੀਏ। ਗੁਰੂ ਤਰਸ ਕਰੇ, ਭੁੱਲਾਂ ਦੀ ਖਿਮਾ, ਸਹਿਬ ਸਮੱਤ ਦੀ ਦਾਤ ਬਖਸ਼ਣ। ਹੁਣ ਇਸ ਤੋਂ ਉਪਰੰਤ ਅਰਦਾਸ ਬੇਨਤੀ, ਫਿਰ ਗਰੀਬ ਨਵਾਜ ਪਾਤਸ਼ਾਹ ਦੇ ਮੁੱਖ ਵਾਕ, ਫਿਰ ਬਾਜਾਂ ਵਾਲੇ ਸਾਹਿਬ ਜੀ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਦੀਦਾਰ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਕਰਾਉਣਗੇ। ਇੱਕ ਬੇਨਤੀ ਸੰਗਰਾਂਦ ਤੇ ਵਿਸ਼ੇਸ਼ ਹੁੰਦੀ ਹੈ ਕਿ ਜਦੋਂ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਖ ਵਾਕ ਹੋਏਗਾ ਤੇ ਅੱਜ ਸੰਗਰਾਂਦ ਵਾਲੇ ਦਿਨ ਉਹ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਜਾਂਦਾ ਹੈ, ਜਿਸ ਦੇ ਉੱਤੇ ਮੂਲ ਮੰਤਰ ਲਿਖ ਕੇ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਾਈਨ ਕੀਤੇ ਨੇ, ਜਿਹਨੂੰ ਆਪਾਂ ਕਹਿੰਦੇ ਸਿਗਨੇਚਰ ਕੀਤੇ ਹੋਏ ਨੇ। ਉਹਨਾਂ ਦੇ ਦਰਸ਼ਨ ਮੁੱਖ ਵਾਕ ਤੋਂ ਬਾਅਦ ਸਿੰਘ ਸਾਹਿਬ ਜੀ ਗੁਰੂ ਸਾਹਿਬ ਦੇ ਪੰਨੇ ਪਲਟਾ ਕੇ ਸੰਗਤਾਂ ਨੂੰ ਕਰਵਾਉਂਦੇ ਨੇ। ਸੋ ਜਿਨ੍ਹਾਂ ਦਰਸ਼ਨ ਕਰਨੇ ਹੋਣ ਉਹ ਮੁੱਖ ਵਾਕ ਤੋਂ ਬਾਅਦ ਕਰ ਸਕਦੇ ਹਨ ਜੀ। ਭੁੱਲਾਂ ਦੀ ਖਿਮਾ, ਹਜੂਰ ਸਮੱਤ ਦੀ ਦਾਤ ਬਖਸ਼, ਨਿਵਾਜਣਾ ਕਰਨਾ। ਨਾਨਕ ਵਾਛਾ ਤੂੜ ਤਿਨਾ ਪ੍ਰਭ ਸਰਨੇ ਦਰ ਪੜਿਆ। ਮਗਰ ਪ੍ਰਭ ਆਰਾਧਨਾ ਬਹੁੜ ਨ ਜਨਮੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।